ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਤੇ ਮੈਂ ਹਾਂ ਤੁਹਾਡਾ ਆਪਣਾ ਗਗਨਦੀਪ ਸਿੰਘ ਅਨੰਦਪੁਰੀ। ਮੈਂ ਆਸ ਕਰਦਾ ਕਿ ਤੁਸੀਂ ਸਿਹਤਮੰਦ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੈਂ ਇਹੀ ਅਰਦਾਸ ਕਰਦਾ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਚੜ੍ਹਦੀ ਕਲਾ ਪਰਮਾਤਮਾ ਤੁਹਾਨੂੰ ਬਖਸ਼ੇ। ਤੇ ਅਸੀਂ ਪ੍ਰੋਗਰਾਮ ਰੋਜ਼ਾਨਾ ਸ਼ੋਅ ਜਿਹੜਾ ਸਾਡਾ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਨੂੰ ਅਸੀਂ ਲੈ ਕੇ ਮੁੜ ਤੋਂ ਫਿਰ ਹਾਜ਼ਰ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਇਤਿਹਾਸ ਵੱਲ ਝਾਤੀ ਮਾਰਾਂਗੇ, ਕਿਉਂਕਿ ਅੱਜ ਦਾ ਜੋ ਇਤਿਹਾਸ ਹੈ ਸਾਡੇ ਲਈ ਗੌਰਵਮਈ ਹੈ, ਸਾਡੇ ਲਈ ਖੁਸ਼ੀ ਦਾ ਦਿਨ ਹੈ। ਕਿਉਂਕਿ ਅੱਜ ਦੇ ਦਿਨ ਜੋ ਸਾਡੇ 7ਵੇਂ ਗੁਰੂ ਸ਼੍ਰੀ ਹਰਿਰਾਏ ਜੀ ਦਾ ਪ੍ਰਕਾਸ਼ ਪੁਰਬ ਹੈ, ਅੱਜ ਉਸੇ ਸੰਬੰਧੀ ਜਿਹੜਾ ਇਤਿਹਾਸ ਦੇ ਨਾਲ ਅਸੀਂ ਜਿਹੜੀ ਆ ਉਹਨਾਂ ਦੇ ਇਤਿਹਾਸ ਦੀ ਝਾਤ ਮਾਰਾਂਗੇ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਜਿਸ ਤਰ੍ਹਾਂ ਮੈਂ ਆਪਣੇ ਰੱਬ ਵਰਗੇ ਦਰਸ਼ਕਾਂ ਨੂੰ ਤੇ ਜਿਹੜੇ ਸਰੋਤਿਆਂ ਨੂੰ ਇਹ ਜਿਹੜੀ ਆ ਰਿਕੁਐਸਟ ਕਰਦਾ ਹੁੰਦਾ ਕਿ ਜਿਹੜਾ ਆ ਸਾਡਾ ਇਹ ਪ੍ਰੋਗਰਾਮ ਲਗਾਤਾਰ ਰੋਜ਼ਾਨਾ ਚੱਲਦਾ ਆ ਤੇ ਇਸ ਨੂੰ ਬਹੁਤ ਜਿਹੜਾ ਆ ਪਿਆਰ ਵੀ ਦਿੰਦੇ ਨੇ ਤੇ ਉਸੇ ਪਿਆਰ ਨੂੰ ਇਸੇ ਤਰ੍ਹਾਂ ਜਿਹੜਾ ਆ ਬਰਕਰਾਰ ਰੱਖਣਾ ਆ। ਉਸੇ ਤਰ੍ਹਾਂ ਜਿਹੜਾ ਆ ਇਸ ਪ੍ਰੋਗਰਾਮ ਨੂੰ ਜਿਹੜਾ ਆ ਉਹ ਤੁਸੀਂ ਪਿਆਰ ਦਿੰਦੇ ਰਹਿਣਾ ਆ। ਤੇ ਅੱਜ ਦੇ ਦਿਨ ਦੀ ਗੱਲ ਕਰੀਏ, ਅੱਜ ਦਾ ਦਿਨ ਹੈ 14 ਫਰਵਰੀ 2022 ਤੇ ਜਿਹੜਾ ਆ ਦੇਸੀ ਮਹੀਨੇ ਦਾ 3 ਮਾਘ ਨਾਨਕ ਸ਼ਾਹੀ 2022। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਅੱਜ ਦੇ ਦਿਨ ਦੇ ਚ ਜਿਹੜਾ ਆ ਸਾਡੇ ਚੈਨਲ ਵੱਲੋਂ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਦੇ ਸਮੂਹ ਦਰਸ਼ਕਾਂ ਨੂੰ, ਸਰੋਤਿਆਂ ਨੂੰ ਤੇ ਸਾਡੇ ਸਮੂਹ ਸਟਾਫ ਵੱਲੋਂ ਇੱਕ ਵਾਰ ਫਿਰ ਸ਼੍ਰੀ ਗੁਰੂ ਹਰਿਰਾਏ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਮੁਬਾਰਕਾਂ। ਤੇ ਆਓ ਕਰਦੇ ਹਾਂ ਪ੍ਰੋਗਰਾਮ ਨੂੰ ਸ਼ੁਰੂ ਤੇ ਮਾਰਦੇ ਹਾਂ ਝਾਤ ਅੱਜ ਦੇ ਇਤਿਹਾਸ ਦੇ ਉੱਤੇ, ਜੋ ਕਿ ਸ਼੍ਰੀ ਗੁਰੂ ਹਰਿਰਾਏ ਜੀ ਦੇ ਨਾਲ ਮੇਲ ਜੋਲ ਖਾਂਦਾ ਆ ਤੇ ਜਿਹੜਾ ਆ ਉਹਨਾਂ ਦੇ ਨਾਲ ਹੀ ਜਿਹੜਾ ਆ ਅੱਜ ਦੇ ਇਤਿਹਾਸ, ਉਹਨਾਂ ਦੀ ਜਿਹੜੀਆਂ ਜੀਵਨ ਦੇ ਵਿੱਚ ਘਟਨਾਵਾਂ, ਉਹਨਾਂ ਦੀਆਂ ਜਿਹੜੀਆਂ ਜੀਵਨ 'ਚ ਦਿੱਤੀਆਂ ਹੋਈਆਂ ਸਿੱਖਿਆ ਵਾ ਤੇ ਉਹਨਾਂ ਨੇ ਕੀ ਉਪਦੇਸ਼ ਸਾਨੂੰ ਕੀਤਾ ਆ, ਅਸੀਂ ਉਸ ਦੇ ਉੱਤੇ ਕਿਵੇਂ ਪਹਿਰਾ ਦੇ ਰਹੇ ਹਾਂ। ਆਓ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਝਾਤ ਮਾਰੀਏ ਤੇ ਮਨੋਬਿਰਤੀਆਂ ਨੂੰ ਇਕਾਗਰ ਕਰੋ ਤੇ ਪਿਆਰ ਸਤਿਕਾਰ ਨਿਮਰਤਾ ਦੇ ਸਹਿਤ ਨਾਲ ਜਿਹੜਾ ਆ ਮੈਂ ਅਰਜ਼ ਕਰਦਾ ਆ ਇੱਕ ਵਾਰ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਹਰਿਰਾਏ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ 16 ਜਨਵਰੀ 1630 ਮਾਤਾ ਨਿਹਾਲ ਕੌਰ ਦੀ ਕੁੱਖੋਂ ਸ਼ੀਸ਼ ਮਹਿਲ ਕੀਰਤਪੁਰ ਜ਼ਿਲ੍ਹਾ ਰੂਪਨਗਰ ਵਿੱਚ ਹੋਇਆ। ਉਹਨਾਂ ਦਾ ਜੀਵਨ ਬੜਾ ਥੋੜਾ, ਸਿਰਫ 31 ਸਾਲ ਦਾ ਹੀ ਸੀ, ਕਿਉਂਕਿ ਉਹਨਾਂ ਦਾ ਜਨਮ ਜਿਹੜਾ ਆ ਕਾਫੀ ਅਸ਼ਾਂਤ ਵਾਤਾਵਰਨ ਵਿੱਚ ਰਹਿਣ ਕਰਕੇ ਹੋਇਆ। ਗੁਰੂ ਹਰਗੋਬਿੰਦ ਸਾਹਿਬ ਪਹਿਲੇ ਯੁੱਧ ਵਿੱਚ ਤੇ ਫਿਰ ਪਰਿਵਾਰਕ ਉਲਝਣਾਂ ਵਿੱਚ ਫਸੇ ਹੋਏ ਸਨ। 1628 ਵਿੱਚ ਅਟਲ ਰਾਏ, 1631 ਵਿੱਚ ਮਾਤਾ ਦਮੋਦਰੀ ਤੇ ਫਿਰ 1638 ਵਿੱਚ ਬਾਬਾ ਗੁਰਦਿੱਤਾ ਜੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ। ਅਨੀ ਰਾਏ ਨੂੰ ਵੈਸੇ ਤਾਂ ਗੱਦੀ ਦਾ ਕੋਈ ਜਿਹੜਾ ਆ ਹਾਖਰਾ ਨਹੀਂ ਸੀਗਾ, ਪਰ ਮਸਤ ਮਲੰਗ ਤੇ ਮੌਜੀਆ ਤਬੀਅਤ ਦੇ ਇਨਸਾਨ ਸੀ। ਗੁਰੂ ਤੇਗ ਬਹਾਦਰ ਜੀ ਦੁਨੀਆ ਤੋਂ ਉਪਰਾਮ ਹਮੇਸ਼ਾ ਸਮਾਧੀ ਵਿੱਚ ਜੁੜੇ ਰਹਿਣਾ ਲੱਗਦਾ ਸੀ ਕਿ ਕਿਸੇ ਵੱਡੇ ਕਾਰਜ ਦੀ ਤਿਆਰੀ ਕਰ ਰਹੇ ਸਨ। ਸੂਰਜਮਲ ਦੁਨੀਆਦਾਰ ਜ਼ਿਆਦਾ ਸਨ। ਉਹਨਾਂ ਦਾ ਜਿਹੜਾ ਆ ਸੱਚੀ ਸੁਭਾਅ ਗੁਰਤਾ ਗੱਦੀ ਲਈ ਰੁਕਾਵਟ ਬਣ ਗਿਆ। ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੋਂ ਬਾਅਦ ਹਰਿਰਾਏ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਦੀ ਦੇਖ ਰੇਖ ਵਿੱਚ ਪਲੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਹਰਿਰਾਏ ਸਾਹਿਬ ਜੀ ਦੀ ਪੜ੍ਹਾਈ ਲਿਖਾਈ ਵੱਲ ਵਿਸ਼ੇਸ਼ ਧਿਆਨ ਦਿੱਤਾ, ਉੱਥੇ ਸ਼ਸਤਰ ਵਿੱਦਿਆ, ਘੋੜ ਸਵਾਰੀ ਤੇ ਸਰੀਰਕ ਕਸਰਤ ਆਪਣੀ ਨਿਗਰਾਨੀ ਹੇਠ ਜਿਹੜਾ ਆ ਉਹ ਕਰਾਉਂਦੇ ਰਹੇ। ਬਚਪਨ ਤੋਂ ਹੀ ਗੁਰੂ ਹਰਿਰਾਏ ਸਾਹਿਬ ਸੰਤਾਂ ਦੇ ਸੁਭਾਅ ਦੇ ਸਨ ਅਤੇ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹਿੰਦੇ ਸਨ। ਉਹ ਸੁਲਤਾਨ ਵੀ ਜਾਂਦੇ ਸਨ ਅਤੇ ਦਰਵੇਸ਼ ਵੀ ਸਨ। ਉਹਨਾਂ ਦਾ ਹਿਰਦਾ ਇਤਨਾ ਕੋਮਲ ਸੀ ਕਿ ਟੁੱਟੇ ਫੁੱਲ ਟੁੱਟਣ ਤੇ ਦੁਖੀ ਹੋ ਜਾਂਦਾ ਸੀ। ਇੱਕ ਵਾਰੀ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਗ ਵਿੱਚ ਸੈਰ ਕਰਨ ਲਈ ਜਾ ਰਹੇ ਸਨ। ਅਚਾਨਕ ਇੱਕ ਫੁੱਲ ਉਹਨਾਂ ਦੇ ਚੋਲੇ ਨਾਲ ਅੜਕ ਕੇ ਟੁੱਟ ਗਿਆ। ਉਹ ਬਹੁਤ ਉਦਾਸ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਿ ਅਗਰ ਚੋਲਾ ਵੱਡਾ ਹੋਵੇ ਤਾਂ ਸੰਭਾਲ ਕੇ ਚੱਲਣਾ ਚਾਹੀਦਾ ਹੈ, ਜਿਸ ਦਾ ਮਤਲਬ ਸਾਫ਼ ਸੀ ਕਿ ਅਗਰ ਜ਼ਿੰਮੇਦਾਰੀਆਂ ਵੱਡੀਆਂ ਹੋਣ ਤਾਂ ਸੋਚ ਸਮਝ ਕੇ ਕਦਮ ਪੁੱਟਣਾ ਚਾਹੀਦਾ ਹੈ। ਬਸ ਇਸ ਸਿੱਖਿਆ ਨੂੰ ਉਹਨਾਂ ਨੇ ਉਮਰ ਭਰ ਯਾਦ ਰੱਖਿਆ ਤੇ ਸਾਰੀ ਉਮਰ ਆਪਣੇ ਸਮਰੱਥਾ ਤੇ ਸੋਚ ਦੀ ਸਮਝ ਕੇ ਵਰਤੋਂ ਕਰਦਿਆਂ ਭੁੱਲੇ ਭਟਕੇ ਕਿਸੇ ਵੀ ਦੁੱਖ ਤਕਲੀਫ ਨਹੀਂ ਦਿੱਤੀ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸ਼੍ਰੀ
ਚੰਦ ਡੇਰਾ ਬਾਬਾ ਨਾਨਕ ਤੋਂ 18 ਮੀਲ ਦੂਰੀ ਤੇ ਉੱਤਰ ਪੂਰਬ ਵੱਲ ਪੈਂਦੇ ਪਿੰਡ ਬਰਾਨ ਵਿੱਚ ਨਿਵਾਸ ਕਰਦੇ ਸੀ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਦਰਸ਼ਨਾਂ ਲਈ ਗਏ। ਬੜੇ ਪਿਆਰ ਨਾਲ ਮੇਲ ਮਿਲਾਪ ਹੋਇਆ। ਬਾਬਾ ਜੀ ਨੇ ਗੁਰੂ ਸਾਹਿਬ ਕੋਲੋਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ 5 ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ। ਬਾਬਾ ਜੀ ਪ੍ਰਸੰਨ ਹੋਏ ਤੇ ਸਹਿਜ ਸੁਭਾਏ ਉਹਨਾਂ ਦੇ ਮੂੰਹੋਂ ਨਿਕਲ ਗਿਆ ਕਿ ਸਾਰੇ ਆਪਣੇ ਪਾਸ ਹੀ ਰੱਖਣੇ, ਜੇ ਕੋਈ ਸਾਨੂੰ ਵੀ ਦਿਓਗੇ ਵੀ ਮਤਲਬ ਜਾਂ ਕੋਈ ਸਾਨੂੰ ਵੀ ਦਿਓਗੇ। ਗੁਰੂ ਸਾਹਿਬ ਨੇ ਬੜੇ ਹੀ ਸਤਿਕਾਰ ਨਾਲ ਕਿਹਾ ਕਿ ਇਹ ਪੁੱਤ ਗੁਰਦਿੱਤਾ ਸਾਡੇ ਨਾਲ ਹੈ, ਆਪ ਜੀ ਦੀ ਸੇਵਾ ਲਈ ਹਾਜ਼ਰ ਹੈ। ਤਾਂ ਬਾਬਾ ਸ਼੍ਰੀ ਚੰਦ ਨੇ ਸੇਲੀ ਟੋਪੀ ਜੋ ਸਿੱਖੀ ਵਿੱਚ ਗੁਰੂ ਅਰਜਨ ਦੇਵ ਜੀ ਤੱਕ ਰਹੀ, ਗੁਰਦਿੱਤਾ ਜੀ ਨੂੰ ਭੇਟ ਕਰਦਿਆਂ ਬਚਨ ਕੀਤੇ ਕਿ ਗੁਰਗੱਦੀ ਤਾਂ ਅੱਗੇ ਹੀ ਤੁਹਾਡੇ ਪਾਸ ਹੈ, ਸਾਡੇ ਪਾਸ ਥੋੜ੍ਹਾ ਜਿਹਾ ਤਪ ਤੇ ਫਕੀਰੀ ਇਹ ਵੀ ਲੈ ਲਵੋ। ਜਦੋਂ ਹਰਗੋਬਿੰਦ ਸਾਹਿਬ ਦਾ ਵਕਤ ਨਜ਼ਦੀਕ ਆਇਆ ਤਾਂ ਉਹਨਾਂ ਨੇ ਗੁਰਗੱਦੀ ਗੁਰਦਿੱਤਾ ਜੀ ਦੇ ਸਪੁੱਤਰ ਹਰ ਰਾਏ ਸਾਹਿਬ ਨੂੰ ਦੇਣ ਦਾ ਜਿਹੜਾ ਫੈਸਲਾ ਕਰ ਲਿਆ। ਪੁੱਤਰਾਂ ਵਿੱਚੋਂ ਕੋਈ ਵੀ ਗੁਰਗੱਦੀ ਦੀ ਮਹਾਨ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਤਿਆਰ ਹੀ ਨਹੀਂ ਸੀ। ਬਾਬਾ ਗੁਰਦਿੱਤਾ 1638 ਵਿੱਚ ਅਕਾਲ ਚਲਾਣਾ ਕਰ ਗਏ ਸੀ। ਬਾਬਾ ਅਟਲ ਰਾਏ ਨੇ ਕਰਾਮਾਤਾ ਦਿਖਾਉਣ ਦੇ ਪਛਤਾਵੇ ਕਰਕੇ ਆਪਣੀ ਜਾਨ ਦੇ ਦਿੱਤੀ। ਤੇਗ ਬਹਾਦਰ ਸਾਹਿਬ ਤੋਂ ਉਪਰਾਮ ਸਮਾਧੀ ਵਿੱਚ ਜੁੜੇ ਰਹਿੰਦੇ ਸਨ। ਇਸ ਤੋਂ ਕੁਝ ਵੱਡਾ ਕਰਨ ਦੀ ਤਿਆਰੀ ਵਿੱਚ ਸਨ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਦੇ ਸਨ। ਸੂਰਜਮਲ ਅਨੀ ਰਾਏ ਦੁਨਿਆਈ ਝਮੇਲਿਆਂ ਦਾ ਸ਼ੌਂਕ ਨਹੀਂ ਰੱਖਦੇ ਸੀ। ਸਿਰਫ ਧੀਰਮਲ ਛੋਟਾ ਪੋਤਰਾ ਆਪਣੇ ਆਪ ਨੂੰ ਗੁਰਗੱਦੀ ਦੀ ਟਾਕਰੇ ਦਾ ਜਿਹੜਾ ਆ ਉਹ ਸਮਝਦਾ ਸੀ ਕਿ ਉਹੀ ਜਿਹੜਾ ਆ ਉਸ ਦੇ ਨਾਲ ਟਾਕਰਾ ਕਰੇਗਾ। ਉਸ ਨੇ ਹੱਕ ਵੀ ਜਤਾਇਆ, ਪਰ ਉਸ ਦੇ ਸਾਚੀ ਸੁਭਾਅ ਤੇ ਚਾਲਾਂ ਚੱਲਣ ਦੀ ਫਿਤਰਤ ਉਸ ਦੇ ਰਾਹ ਦੀ ਰੁਕਾਵਟ ਬਣ ਗਈ। ਇਹ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਸੀ। ਇੱਥੋਂ ਤੱਕ ਕਈ ਜੰਗਾਂ ਯੁੱਧਾਂ ਵਿੱਚ ਇਹ ਦੁਸ਼ਮਣ ਦਾ ਸਾਥ ਦਿੰਦਾ। ਕਰਤਾਰਪੁਰ ਦੀ ਲੜਾਈ ਸਮੇਂ ਇਸ ਨੇ ਖੁੱਲ੍ਹੇ ਤੌਰ ਤੇ ਮੁਗਲ ਫੌਜ ਦੀ ਸਹਾਇਤਾ ਕੀਤੀ ਸੀ, ਮੁਗਲ ਫੌਜ ਦੀ ਹਿਮਾਇਤ ਕੀਤੀ ਸੀ। ਗੁਰੂ ਹਰ ਰਾਏ ਸਾਹਿਬ ਵਿੱਚ ਉਹ ਸਾਰੀਆਂ ਖੂਬੀਆਂ ਮੌਜੂਦ ਸਨ ਜੋ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਸਨ। ਆਪਣੇ ਦਾਦਾ ਵਾਂਗ ਸ਼ਿਕਾਰ ਦੇ ਬਹੁਤ ਸ਼ੌਕੀਨ ਸਨ, ਪਰ ਜਾਨਵਰਾਂ ਨੂੰ ਮਾਰਨ ਦੀ ਬਜਾਏ ਫੜ ਕੇ ਲੈ ਕੇ ਆਉਂਦੇ ਤੇ ਆਪਣੇ ਬਾਗ ਵਿੱਚ ਉਸ ਦੀ ਪਾਲਣਾ ਪੋਸ਼ਣਾ ਕਰਦੇ। ਜ਼ਖਮੀ ਜਾਨਵਰਾਂ ਜਾਂ ਬਿਮਾਰ ਜਾਨਵਰ ਹੁੰਦੇ ਤਾਂ ਉਹਨਾਂ ਦਾ ਇਲਾਜ ਆਪਣੀ ਨਿਗਰਾਨੀ ਹੇਠ ਕਰਕੇ ਫਿਰ ਖੁੱਲ੍ਹਾ ਛੱਡ ਦਿੰਦੇ। ਉਹ ਸਾਰੀ ਜ਼ਿੰਦਗੀ ਤਾਣ ਹੁੰਦਿਆਂ ਵੀ ਨਿਤਾਣੇ ਤੇ ਮਾਣ ਹੁੰਦਿਆਂ ਵੀ ਨਿਮਾਣੇ ਰਹੇ। ਕੋਈ ਮੌਕੇ ਆਏ, ਇਸ ਤਰ੍ਹਾਂ ਦੇ ਵੀ ਮੌਕੇ ਆਏ ਕਿ ਵਿਰੋਧੀਆਂ ਨੇ ਹੱਲਾ ਵੀ ਬੋਲਿਆ, ਸ਼ਰਾਰਤਾਂ ਵੀ ਕੀਤੀਆਂ, ਪਰ ਆਪਣੀ ਸੂਝ-ਬੂਝ ਦੇ ਨਾਲ ਆਉਣ ਵਾਲੇ ਖਤਰੇ ਨੂੰ ਟਾਲਿਆ। ਉਹ ਕਿਸੇ ਦਾ ਦਿਲ ਦੁਖਾਣਾ ਜਾਂ ਨੂੰ ਜਿਹੜਾ ਆ ਉਹ ਪਾਪ ਸਮਝਦੇ ਸੀ। ਕਿਸੇ ਨੂੰ ਵੀ ਗਿਰਾਉਣਾ ਨਹੀਂ ਸੀ ਚਾਹੁੰਦੇ, ਕਿਸੇ ਦਾ ਮਾੜਾ ਨਹੀਂ ਕਰਨਾ ਚਾਹੁੰਦੇ। ਫਰੀਦ ਜੀ ਦਾ ਇਹ ਸ਼ਲੋਕ ਬੜੇ ਹੀ ਪਿਆਰ ਨਾਲ ਉਚਾਰਿਆ ਕਰਦੇ ਸੀ। ਸਭਨਾ ਮਨ ਮਾਨਕ ਠਾਹਣ ਮੂਲ ਮਚੰਗਵਾ, ਜੋ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੇਦਾ। ਫਾਰਸੀ ਦਾ ਇੱਕ ਬੰਦ ਕਿਹਾ ਕਰਦੇ ਸਨ ਕਿ ਰੱਬ ਕਹਿੰਦਾ ਹੈ ਕਿ ਮੈਂ ਤੁਹਾਨੂੰ ਮੰਦਿਰ ਜਾਂ ਮਸਜਿਦ ਨੂੰ ਢਾਉਣ ਦੀ ਆਗਿਆ ਦੇ ਸਕਦਾ ਹਾਂ, ਪਰ ਕਿਸੇ ਦੀ ਜਿਹੜਾ ਆ ਭਾਵਨਿਕ ਨੂੰ ਜਿਹੜਾ ਆ ਭਾਵਨਾ ਨੂੰ ਜਾਂ ਭਾਵਨਿਕ ਜਿਹੜੀ ਸੋਚ ਹੈ ਜਾਂ ਕਿਸੇ ਦਾ ਦਿਲ ਤੋੜਨ ਦੀ ਜਿਹੜੀ ਆਗਿਆ ਬਿਲਕੁਲ ਵੀ ਨਹੀਂ ਦੇ ਸਕਦਾ, ਕਿਉਂਕਿ ਮੰਦਿਰ ਮਸਜਿਦਾਂ ਦੀ ਉਸਾਰੀ ਫਿਰ ਕੀਤੀ ਜਾ ਸਕਦੀ ਹੈ, ਪਰ ਦਿਲ ਕਿਸੇ ਦਾ ਵੀ ਦੁਬਾਰਾ ਟੁੱਟ ਕੇ ਨਹੀਂ ਜੁੜ ਸਕਦਾ। ਆਪ ਸਾਰੀ ਉਮਰ ਇੱਕ ਪਾਸੇ ਨਿਰਭਉ ਤੇ ਸੂਰਬੀਰਤਾ ਤੇ ਦੂਜੇ ਪਾਸੇ ਤਰਸ, ਦਇਆ, ਕੋਮਲਤਾ ਤੇ ਪ੍ਰੇਮ ਦੇ ਉਪਾਸ਼ਕ ਰਹੇ। ਕਹਿੰਦੇ ਹਨ ਹਰ ਵਿਅਕਤੀ ਦੀ ਸ਼ਖਸੀਅਤ ਵਿੱਚ ਕੋਈ ਖਾਸ ਗੁਣ ਹੁੰਦਾ ਹੈ ਜੋ ਉਸ ਦੀ ਪਹਿਚਾਣ ਬਣਦਾ ਹੈ। ਕੋਈ ਯੋਧਾ, ਕੋਈ ਦੇਸ਼ ਭਗਤ, ਕੋਈ ਸਿਪਾਹੀ ਤੇ ਕੋਈ ਜਰਨੈਲ, ਕੋਈ ਨੀਤੀਵਾਨ ਤੇ ਕੋਈ ਵਿਦਵਾਨ, ਕੋਈ ਦਾਨੀ ਤੇ ਕੋਈ ਦਇਆਵਾਨ। ਗੁਰੂ ਹਰਿਰਾਏ ਸਾਹਿਬ ਵਿੱਚ ਇਹ ਸਾਰੇ ਹੀ ਗੁਣ ਮੌਜੂਦ ਸਨ। ਤੇ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਵਿਆਹ ਦੀ ਤਾਂ ਅਨੂਪ ਨਗਰ ਬੁਲੰਦ ਸ਼ਹਿਰ ਯੂਪੀ ਦੇ ਨਿਵਾਸੀ ਦਇਆ ਰਾਮ ਦੀ ਸੁਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਜੂਨ 1640 ਵਿੱਚ ਹੋਇਆ, ਜਿਨ੍ਹਾਂ ਦੀ ਕੁੱਖੋਂ 2 ਪੁੱਤਰਾਂ ਤੇ 1 ਧੀ ਨੇ ਜਨਮ ਲਿਆ। ਰਾਮ ਰਾਏ, ਹਰਕ੍ਰਿਸ਼ਨ ਜੀ ਤੇ ਬੀਬੀ ਅਨੂਪ ਕੌਰ। ਮਾਤਾ ਸੁਲੱਖਣੀ ਨੂੰ ਕੋਟ ਕਲਿਆਣੀ ਤੇ ਤ੍ਰਿਵੈਣੀ ਵੀ ਕਿਹਾ ਜਾਂਦਾ ਸੀ, ਕਿਉਂਕਿ ਉਹ ਕੋਟ ਕਲਿਆਣ ਪਿੰਡ ਦੇ ਰਹਿਣ ਵਾਲੀ ਸੀ, ਅਤੇ ਤ੍ਰਿਵੈਣੀ ਇਸ ਕਰਕੇ ਕਿ ਉਹਨਾਂ ਦੇ 3 ਬੱਚੇ ਸਨ।
ਜਦੋਂ ਛੇਵੇਂ ਪਾਤਸ਼ਾਹ ਨੂੰ ਲੱਗਾ ਕਿ ਉਹਨਾਂ ਦੀ ਜੋਤੀ ਜੋਤ ਸਮਾਉਣ ਦਾ ਵਕਤ ਆ ਗਿਆ ਹੈ, ਤਾਂ ਗੁਰੂ ਹਰਰਾਏ ਸਾਹਿਬ ਜੀ ਹਰ ਪੱਖੋਂ ਕਾਬਲੀਅਤ ਜਾਣ ਕੇ ਭਾਈ ਦਰਗਾਹ ਮੱਲ ਜੀ ਕੋਲੋਂ ਰਸਮ ਅਦਾ ਕਰਵਾ ਕੇ 3 ਮਾਰਚ 1644 ਗੁਰਗੱਦੀ ਦੀ ਪਾਤਸ਼ਾਹੀ ਗੁਰੂ ਹਰਰਾਏ ਸਾਹਿਬ ਨੂੰ ਸੌਂਪ ਦਿੱਤੀ। ਉਸ ਵੇਲੇ ਉਹ ਕੇਵਲ 14 ਸਾਲ ਦੇ ਸਨ। ਪ੍ਰਚਾਰ ਦੀ ਲਹਿਰ ਜਾਰੀ ਰੱਖਦਿਆਂ ਕਿਰਤ ਕਰਨਾ, ਵੰਡ ਕੇ ਛਕਣਾ, ਸਿਮਰਨ ਸੇਵਾ ਕਰਨਾ, ਤੇ ਇਸ ਦੇ ਵਿੱਚ ਜਿਹੜਾ ਆ ਨਿਤਨੇਮ ਦੇ ਵਿੱਚ ਜਿਹੜੀ ਆ ਉਹ ਵੀ ਦ੍ਰਿੜਤਾ ਜਿਹੜੀ ਰੱਖਣੀ ਸੀਗੀ, ਤੇ ਸਿੱਖਾਂ ਨੂੰ ਜਿਹੜਾ ਆ ਉਤਸ਼ਾਹਿਤ ਜਿਹੜਾ ਆ ਉਹ ਵੀ ਕਰਨਾ ਸੀ ਕਿ ਗੁਰਬਾਣੀ ਦੇ ਨਾਲ ਉਹਨਾਂ ਨੂੰ ਜਿਹੜਾ ਆ ਪੜ੍ਹਿਆ ਜਾਵੇ, ਬਚਨ ਕੀਤੇ ਜਾਣ ਤੇ ਗੁਰਬਾਣੀ ਦੀ ਗੱਲ ਕੀਤੀ ਜਾਵੇ ਤੇ ਪਰਮਾਤਮਾ ਪ੍ਰਤੀ ਜਿਹੜਾ ਆ ਉਹਦੀ ਭਗਤੀ ਨੂੰ ਜਿਹੜਾ ਆ ਦ੍ਰਿੜ ਰੱਖਿਆ ਜਾਵੇ। ਇਸੇ ਉਦੇਸ਼ ਦੀ ਪੂਰਤੀ ਲਈ ਪ੍ਰਚਾਰਕਾਂ ਦੀ ਜਿਹੜੀ ਆ ਉਹਨਾਂ ਨੇ ਜਿਹੜੀ ਆ ਨਿਯੁਕਤੀ ਕੀਤੀ ਤੇ ਦੂਰ ਦਰਾਡੇ ਵੀ ਭੇਜਿਆ। ਗੁਰੂ ਘਰ ਦੇ ਲੰਗਰਖਾਨੇ ਵਾਸਤੇ ਵੀ ਆਦੇਸ਼ ਸੀ ਕਿ ਕੋਈ ਭੁੱਖਾ ਲੋੜਵੰਦ ਹੋਵੇ ਤਾਂ ਉਸ ਨੂੰ ਕਦੇ ਵੀ ਆਪਣੇ ਘਰ ਤੋਂ ਨਾਰਾਜ਼ ਜਿਹੜਾ ਆ ਉਹ ਨਾ ਜਾਣ ਦਿੱਤਾ ਜਾਏ, ਚਾਹੇ ਉਹ ਕਿਸੇ ਵੀ ਵੇਲੇ ਜਾਂ ਕੁਵੇਲੇ ਆਏ ਜਾਂ ਕਿਸੇ ਵੀ ਦੁੱਖ ਜਾਂ ਸੁੱਖ ਦੇ ਵਿੱਚ ਆਏ। ਤੇ ਉਸ ਤੋਂ ਬਾਅਦ ਜੋ ਗੱਲ ਕਰੀਏ ਅਸੀਂ ਨਿਤਨੇਮ ਦੀ, ਪਹਿਰ ਰਾਤ ਉੱਠਦੇ, 5 ਇਸ਼ਨਾਨ ਕਰਕੇ ਸੈਰ ਨੂੰ ਜਾਂਦੇ, ਫਿਰ 100 ਜਿਹੜਾ ਆ ਗਾਗਰਾਂ ਨਾਲ ਇਸ਼ਨਾਨ ਕਰਕੇ ਸੰਗਤ ਵਿੱਚ ਪੁੱਜਦੇ, ਸ਼ਬਦ ਕੀਰਤਨ ਤੋਂ ਬਾਅਦ ਸੰਗਤ ਦੇ ਸ਼ੰਕੇ ਦੂਰ ਕਰਦੇ, ਦੁਪਹਿਰ ਨੂੰ ਥੋੜਾ ਆਰਾਮ ਕਰਕੇ ਸ਼ਿਕਾਰ ਖੇਡਣ ਨੂੰ ਚਲੇ ਜਾਂਦੇ, ਸ਼ਾਮ ਨੂੰ ਆਪ ਕਥਾ ਕਰਦੇ ਤੇ ਰਹਿ ਰਾਸ ਸੋਧਰ ਦਾ ਪਾਠ ਤੇ ਲੰਗਰ ਛਕ ਕੇ ਜਿਹੜਾ ਆ ਆਰਾਮ ਕਰਨ ਨੂੰ ਚਲੇ ਜਾਂਦੇ। ਛੇਵੇਂ ਪਾਤਸ਼ਾਹ ਤੋਂ ਸਿੱਖ ਲਹਿਰ ਦਾ ਮੁਗਲ ਹਕੂਮਤ ਨਾਲ ਖੂਨੀ ਟਕਰਾਅ ਸ਼ੁਰੂ ਹੋ ਗਿਆ, ਜਿਸ ਨੂੰ ਪੂਰੀ ਤਰ੍ਹਾਂ ਸੰਗਠਿਤ ਹੋ ਕੇ ਸਿੱਖ ਸੰਗਤਾਂ ਨੇ ਸੰਭਾਲਿਆ ਸੀ। ਗੁਰੂ ਹਰਰਾਏ ਸਾਹਿਬ ਵੇਲੇ ਕੋਈ ਵੀ ਹਾਲਾਤ ਜਿਹੜਾ ਆ ਉਹ ਸਾਜ਼ਗਾਰ ਨਹੀਂ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਆ 2200 ਜੰਗ ਯੋਧੇ ਯਾਨੀ ਕਿ 2200 ਜੰਗ ਯੋਧੇ ਤੇ ਸੂਰਬੀਰ ਘੋੜੇ ਸਵਾਰ ਰੱਖੇ ਸਨ, ਜੋ ਉਹਨਾਂ ਦੇ ਅੰਗ ਰੱਖਿਅਕ ਸੀ ਅਤੇ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸਨ। ਪਰ ਇਹ ਗੁਰੂ ਸਾਹਿਬ ਦਾ ਫੈਸਲਾ ਤੇ ਕੋਸ਼ਿਸ਼ ਸੀ ਕਿ ਫੌਜ ਨੂੰ ਲੜਾਈ ਵਿੱਚ ਨਹੀਂ ਧਕੇਲਣਾ। ਇਸ ਲਈ ਵਕਤ ਦੀ ਨਜ਼ਾਕਤ ਨੂੰ ਦੇਖਦੇ ਦੇਸ਼ ਵਿੱਚ ਪਹਿਲੇ ਜਿਹੜਾ ਆ ਉਤਾਰ ਚੜਾਵਾ ਆਪਣੇ ਆਪ ਹੀ ਨਿਰਪੱਖ ਰੱਖਿਆ। ਸਿੱਖ ਰਿਆਸਤਾਂ ਨੂੰ ਜਿਹੜਾ ਆ ਮੁਗਲਾਂ ਤੇ ਕਹਿਲੂਰ ਦੀਆਂ ਜਿਹੜੀਆਂ ਰਿਆਸਤਾਂ ਵਿੱਚ ਉਲਝਣ ਨਹੀਂ ਦਿੱਤਾ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਲੜਾਈ ਨਹੀਂ ਲੜੀ। ਵਿਰੋਧੀਆਂ ਨੂੰ ਕਈ ਵਾਰ ਹਿਲਾ ਜਿਹੜਾ ਆ ਬੋਲਿਆ, ਹੱਲਾ ਬੋਲਿਆ, ਜੰਗ ਤੱਕ ਨੌਬਤ ਤੱਕ ਵੀ ਜਿਹੜੀ ਆ ਪਹੁੰਚ ਚੁੱਕੀ ਸੀ, ਪਰ ਗੁਰੂ ਸਾਹਿਬ ਨੇ ਆਪਣੀ ਸੂਝ-ਬੂਝ, ਆਪਣੀ ਸਿਆਣਪ ਦੇ ਨਾਲ ਆਉਣ ਵਾਲੇ ਖਤਰੇ ਨੂੰ ਜਿਹੜਾ ਆ ਬਾਖੂਬੀ ਟਾਲਿਆ। ਧੀਰ ਮੱਲ ਨੇ ਵਿਰੋਧ ਜਿਹੜਾ ਆ ਕੀਤਾ, ਪਰ ਫਿਰ ਵੀ ਗੁਰੂ ਸਾਹਿਬ ਚੁੱਪ ਰਹੇ। ਸ਼ਾਹਜਹਾਨ ਦੇ ਪੁੱਤਰਾਂ ਦੀ ਜਿਹੜੀ ਆ ਤਖਤ ਨਸ਼ੀਨੀ ਦੀ ਜੰਗ ਵੇਲੇ ਖਤਰਾ ਸਿਰ ਤੇ ਆਣ ਪਿਆ ਸੀ, ਪਰ ਆਪਣੇ ਆਪ ਨੂੰ ਅਲੱਗ ਰੱਖਿਆ, ਜਿਸ ਕਰਕੇ ਸਿੱਖਾਂ ਵਿੱਚ ਜੋਸ਼ ਦੇ ਨਾਲ ਨਾਲ ਹੋਸ਼ ਤੇ ਸਹਿਣਸ਼ੀਲਤਾ ਵਾਲੇ ਗੁਣ ਵੀ ਪੈਦਾ ਹੋਏ। ਗੁਰੂ ਹਰਰਾਏ ਜੀ ਜਿਹੜਾ ਆ ਉਹਨਾਂ ਦੇ ਵਕਤ ਜਿਹੜਾ ਆ ਮੁਗਲ ਹਕੂਮਤ ਸਿੱਖ ਲਹਿਰ ਦੇ ਕਾਫੀ ਨੇੜੇ ਹੋ ਗਈ ਸੀ। ਕੁਝ ਮੁਗਲ ਹਕੂਮਤ ਦੇ ਹਾਲਾਤ ਜਿਹੜੇ ਆ ਇਹੋ ਜਿਹੇ ਵੀ ਸਨ ਕਿ ਮੁਗਲ ਬਾਦਸ਼ਾਹ ਸ਼ਾਹਜਹਾਨ ਕਾਫੀ ਸਮੇਂ ਤੋਂ ਜਿਹੜਾ ਦੱਖਣ ਮੱਧ ਭਾਰਤ ਦੇ ਮੱਧ ਭਾਰਤ ਦੇ ਬੰਗਾਲ ਦੀਆਂ ਜਿਹੜੀਆਂ ਬਗਾਵਤਾਂ ਵਿੱਚ ਰੁੱਝਿਆ ਰਹਿੰਦਾ ਸੀ, ਪਰ ਫਿਰ ਵੀ ਛੇਤੀ ਹੀ ਜਿਹੜਾ ਆ ਰਾਜ ਦੀ ਪਿੱਛੇ ਜਿਹੜਾ ਆ ਪੁੱਤਰਾਂ ਦੀ ਜਿਹੜਾ ਆ ਖਾਨਾ ਜੰਗੀ ਸ਼ੁਰੂ ਹੋ ਗਈ, ਜਿਸ ਕਰਕੇ ਉਹਨਾਂ ਨੇ ਇੱਧਰ ਕੋਈ ਵੀ ਜਿਹੜਾ ਆ ਧਿਆਨ ਉਚੇਚਾ ਨਹੀਂ ਦਿੱਤਾ ਤੇ ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ ਸੀ ਕਿ ਅਮਨ ਸ਼ਾਂਤੀ ਵਿੱਚ ਰਹਿਣ ਲਈ, ਜਿਸ ਵਿੱਚ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਤੇ ਜਿਹੜਾ ਆ ਉਹ ਜ਼ੋਰ ਦਿੱਤਾ। ਸਿੱਖੀ ਦੀ ਪ੍ਰਸਾਰ ਉੱਤੇ ਜਿਹੜਾ ਆ ਉਹ ਕਾਫੀ ਜਿਹੜਾ ਆ ਜ਼ੋਰ ਦਿੱਤਾ। ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਕੋਲ ਫੌਜ ਹੁੰਦੀ ਤੇ ਕੋਈ ਜੰਗ ਵੀ ਨਹੀਂ ਹੋਈ। ਇੱਕ ਛੋਟੀ ਜਿਹੀ ਲੜਾਈ ਜਦੋਂ ਗੁਰੂ ਸਾਹਿਬ ਦੇ ਦੁਆਬੇ ਵਿੱਚ ਵਿਚਰ ਰਹੇ ਸਨ ਤਾਂ ਜਿਹੜਾ ਆ ਮੁਸਲਿਮ ਖਾਨ ਦੇ ਪੋਤੇ ਉਮਰ ਹਯਾਤ ਖਾਨ ਦੇ, ਜਿਸ ਦਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਲੜਾਈ ਵਿੱਚ ਮਾਰਿਆ ਗਿਆ ਸੀ, ਜਿਹੜਾ ਆ ਉਸ ਨੇ ਜਿਹੜਾ ਆ ਗੁਰੂ ਹਰਰਾਏ ਸਾਹਿਬ ਜੀ ਤੇ ਹੱਲਾ ਬੋਲ ਦਿੱਤਾ ਤੇ ਗੁਰੂ ਹਰਰਾਏ ਸਾਹਿਬ ਜੀ ਦੇ ਪਿੱਛੇ ਭਾਈ ਭਗਤੂ ਦਾ ਪੋਤਰਾ ਗੋਰਾ ਕੁਝ 94 ਸਿਪਾਹੀਆਂ ਨਾਲ ਜਿਹੜਾ ਆ ਉਹ ਆ ਰਿਹਾ ਸੀ, ਜਿਸ ਨੇ ਜਿਹੜਾ ਹਯਾਤ ਖਾਨ ਨੂੰ ਜਿਹੜੀ ਆ ਕਰਾਰੀ ਹਾਰ ਦਿੱਤੀ। ਉਸ ਦੇ ਨਾਲ ਜੰਗ ਹੋਇਆ। ਬਸ ਲੜਾਈ ਦੇ ਨਾਮ ਤੇ ਗੁਰੂ ਹਰਰਾਏ ਸਾਹਿਬ ਵੇਲੇ ਇਤਨਾ ਕੀ ਜਿਹੜਾ ਆ ਉਹ ਕੁਝ ਹੋਇਆ ਸੀ।
ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਆਰੰਭ ਵਿੱਚ ਕੋੜੀਆਂ ਨਾਲ ਪਿਆਰ ਕਰਕੇ ਇਨਸਾਨੀ ਹਮਦਰਦੀ ਦੀ ਜਿਹੜੀ ਆ ਅਸਲੀ ਸਬੂਤ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਕੋੜੀਆਂ ਲਈ ਘਰ ਬਣਵਾਏ, ਦਵਾਖਾਨੇ ਜਿਹੜਾ ਆ ਸਫਾਰਖਾਨੇ ਖੋਲ੍ਹੇ, ਜਿਸ ਵਿੱਚ ਚੰਗੇ ਸਿਆਣੇ ਵੈਦ ਹਕੀਮ ਰੱਖੇ ਗਏ। ਆਪ ਨੇ ਦੁਖੀ, ਲੋੜਵੰਦ ਅਤੇ ਰੋਗੀਆਂ ਨਾਲ ਜਿਹੜਾ ਅਥਾਹ ਜਿਹੜਾ ਆ ਪਿਆਰ ਕਰਦੇ। ਜਿੱਥੇ ਆਪ ਨਾਮ दारू ਦੇ ਕੇ ਲੋਕਾਂ ਨੂੰ ਅਰੋਗ ਤੇ ਸੁਖੀ ਰੱਖਦੇ ਸੀ, ਉੱਥੇ ਆਪ ਰੋਗੀਆਂ ਦੇ ਇਲਾਜ ਕਰਕੇ ਉਹਨਾਂ ਨੂੰ ਅਰੋਗ ਵੀ ਕਰਦੇ ਸੀ। ਜਿਤਨਾ ਵਕਤ ਬਚਦਾ ਦਵਾਖਾਨੇ ਤੇ ਸਫਾਖਾਨੇ ਵਿੱਚ ਰੋਗੀਆਂ ਦੀ ਸੇਵਾ ਤੇ ਦਵਾ दारू ਵਿੱਚ ਲਗਾ ਦਿੰਦੇ। ਆਪ ਨੇ ਪੰਛੀਆਂ ਦੇ ਦਵਾ दारू ਦਾ ਵੀ ਇੰਤਜ਼ਾਰ ਜਿਹੜਾ ਆ ਉਹ ਕੀਤਾ ਹੋਇਆ ਸੀ। ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਸਭ ਤੋਂ ਵੱਡਾ ਤੇ ਪਿਆਰਾ ਪੁੱਤਰ ਦਾਰਾ ਸ਼ਿਕੋਹ, ਜੋ ਇੱਕ ਸੂਫੀ ਤਬੀਅਤ ਤੇ ਖੁਦਾ ਖੌਫ ਸ਼ੁਦਾ ਇਨਸਾਨ ਸੀ, ਸ਼ਾਹਜਹਾਨ ਨੂੰ ਵੱਡਾ ਤੇ ਬਾਕੀਆਂ ਨਾਲੋਂ ਸਮਝਦਾਰ ਹੋਣ ਕਰਕੇ ਜਿਹੜਾ ਆ ਗੱਦੀ ਦਾ ਹੱਕਦਾਰ ਸਮਝਦਾ ਸੀ। ਔਰੰਗਜ਼ੇਬ ਲਾਲਚੀ, ਚੁਸਤ, ਚਲਾਕ ਤੇ ਚਾਲਾਂ ਚੱਲਣ ਵਾਲਾ, ਮਾਹਿਰ ਤੇ ਸਾਰੀ ਜਿਹੜੀ ਆ ਹਕੂਮਤ ਨੂੰ ਹੜਪਣ ਦੀ ਜਿਹੜੀ ਆ ਤਮੰਨਾ ਰੱਖਣ ਵਾਲਾ ਸੀ। ਆਪਣੀ ਇਸ ਇੱਛਾ ਪੂਰਤੀ ਲਈ ਦਾਰਾ ਨੂੰ ਰਸੋਈਏ ਨਾਲ ਮਿਲ ਕੇ ਸ਼ੇਰ ਦੀ ਜਿਹੜੀ ਆ ਮੁੱਛ ਦਾ ਜਿਹੜਾ ਆ ਵਾਲ ਖਵਾ ਦਿੱਤਾ। ਦਾਰਾ ਇਤਨਾ ਸਖਤ ਬਿਮਾਰ ਹੋ ਗਿਆ ਕਿ ਬਚਣ ਦੀ ਕੋਈ ਆਸ ਹੀ ਨਾ ਰਹੀ। ਸ਼ਾਹਜਹਾਂ ਨੇ ਆਪਣੇ ਪੁੱਤਰ ਦੀ ਜਿਹੜੀ ਆ ਸਲਾਮਤੀ ਵਾਸਤੇ ਕੋਈ ਫਕੀਰ, ਕੋਈ ਵੈਦ, ਕੋਈ ਹਕੀਮ ਨਾ ਛੱਡਿਆ। ਆਖਰੀ ਕਿਸੇ ਹਕੀਮ ਨੇ ਇੱਕ ਖਾਸ ਦਵਾਈ ਦੀ ਦੱਸ ਪਾਈ, ਜੋ ਸਿਰਫ ਗੁਰੂ ਹਰਰਾਏ ਸਾਹਿਬ ਜੀ ਦੇ ਦਵਾਖਾਨੇ ਵਿੱਚ ਹੀ ਸੀ। ਪਹਿਲਾਂ ਤਾਂ ਸ਼ਾਹਜਹਾਂ ਹਿਚਕਚਾਇਆ, ਕਿਉਂਕਿ ਸਿੱਖਾਂ ਤੇ ਮੁਗਲ ਹਕੂਮਤ ਵੱਲੋਂ ਜ਼ੁਲਮਾਂ ਨੂੰ ਜਿਹੜਾ ਆ ਇੰਨਾ ਕੁ ਕੀਤਾ ਗਿਆ ਸੀਗਾ ਕਿ ਉਸ ਨੂੰ ਲੱਗਦਾ ਸੀ ਕਿ ਜਿਹੜੇ ਗੁਰੂ ਹਰਰਾਏ ਜੀ ਨੇ ਉਹ ਮਨਾ ਕਰ ਦੇਣਗੇ। ਉਸ ਨੂੰ ਅਹਿਸਾਸ ਸੀ, ਪਰ ਗੁਰੂ ਘਰ ਦੀ ਜਿਹੜੀ ਮਰਿਆਦਾ ਸੀ ਉਹ ਇਹ ਸੀ ਕਿ ਜਿਹੜਾ ਆ ਕਿਸੇ ਵੀ ਲੋੜਵੰਦ ਨੂੰ ਜਿਹੜਾ ਆ ਖਾਲੀ ਨਾ ਤੋਰਿਆ ਜਾਵੇ। ਸ਼ਾਹਜਹਾਂ ਨੇ ਆਪਣੇ ਵਜ਼ੀਰ ਨੂੰ ਬੇਨਤੀ ਪੱਤਰ ਨਾਲ ਭੇਜਿਆ ਤੇ ਗੁਰੂ ਸਾਹਿਬ ਕੋਲ ਜਿਹੜੀ ਆ ਫਰਿਆਦ ਕੀਤੀ ਕਿ ਗੁਰੂ ਸਾਹਿਬ ਨੇ ਝੱਟ ਦਵਾਈ ਜਿਹੜੀ ਆ ਉਹ ਭੇਜ ਦਿੱਤੀ ਤੇ ਦਾਰਾ ਕੁਝ ਦਿਨ ਬਾਅਦ ਬੇਬਰ ਜਿਹੜਾ ਆ ਉਹ ਜਿਹੜਾ ਆ ਆਪਾਂ ਪੰਜਾਬੀ ਦੇ ਵਿੱਚ ਸ਼ਬਦ ਕਹਿ ਦਿੰਦੇ ਆ ਕਿ 9-2-11 ਹੋ ਗਿਆ, ਬਿਲਕੁਲ ਜਿਹੜਾ ਆ ਉਹ ਤੰਦਰੁਸਤ ਹੋ ਗਿਆ। ਦਾਰਾ ਵੈਸੇ ਵੀ ਗੁਰੂ ਘਰ ਦੇ ਨਾਲ ਸਨੇਹ ਰੱਖਦਾ ਸੀ। ਉਹ ਸੰਸਕ੍ਰਿਤ ਦਾ ਚੰਗਾ ਆਲਮ ਸੀ, ਸੂਫੀ ਫਿਲਾਸਫੀ ਦਾ ਮਾਹਿਰ ਸੀ, ਪੱਕਾ ਵੈਦਾਂਤੀ ਹੋਣ ਕਰਕੇ ਹਿੰਦੂ ਮੁਸਲਮਾਨ ਫਕੀਰਾਂ ਨਾਲ ਜਿਹੜੀ ਆ ਦਿਲੀ ਅਕੀਦਤ ਰੱਖਦਾ ਸੀ। ਹਿੰਦੂ ਮੁਸਲਮਾਨਾਂ ਨਾਲ ਇੱਕੋ ਜਿਹਾ ਸਲੂਕ ਕਰਦਾ ਸੀ। ਉਸ ਦੇ ਮਨ ਦੇ ਵਿੱਚ ਵੈਰ ਵਿਰੋਧ ਜਿਹੜਾ ਆ ਉਹ ਬਿਲਕੁਲ ਵੀ ਨਹੀਂ ਸੀ, ਜਿਸ ਕਰਕੇ ਔਰੰਗਜ਼ੇਬ ਉਸ ਨੂੰ ਕਾਫਿਰ ਕਹਿੰਦਾ ਸੀ। ਜਦੋਂ ਦਾਰਾ ਨੂੰ ਪਤਾ ਚੱਲਿਆ ਕਿ ਉਹ ਗੁਰੂ ਹਰਰਾਏ ਸਾਹਿਬ ਜੀ ਦੀ ਦਵਾਈ ਦੇ ਨਾਲ ਠੀਕ ਹੋਇਆ, ਤਾਂ ਉਸ ਦੀ ਜਗ੍ਹਾ ਉਹਨਾਂ ਦੇ ਦਰਸ਼ਨ ਦੀ ਚਾਹ ਹੋਰ ਵੱਧ ਗਈ। ਉਹ ਦਰਸ਼ਨਾਂ ਲਈ ਇੱਕ ਵਾਰ ਨਹੀਂ ਬਲਕਿ ਕਈ ਵਾਰ ਗੁਰੂ ਹਰਰਾਏ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਗਿਆ। ਸਮੇਂ ਦੇ ਪਰਿਵਰਤਨ ਨਾਲੋਂ ਨਾਲ ਗੁਰੂ ਹਰਰਾਏ ਸਾਹਿਬ ਦਾ ਜਿਹੜਾ ਗੁਰਮਤਿ ਤੇ ਸ਼ਸਤਰ ਵਿਦਿਆ ਦਾ ਪ੍ਰਚਾਰ ਵੀ ਕੋਨੇ-ਕੋਨੇ ਤੱਕ ਫੈਲ ਗਿਆ ਸੀ। ਸਿੱਖਾਂ ਦੀ ਗਿਣਤੀ ਦਿਨ ਬ ਦਿਨ ਜਿਹੜੀ ਵੱਧਦੀ ਗਈ ਸੀ। ਇਸ ਕੰਮ ਵਾਸਤੇ ਦੂਰ ਨੇੜੇ ਜਿੱਥੋਂ ਵੀ ਲੋੜ ਪੈਂਦੀ ਚੰਗੇ ਵਿਦਵਾਨ ਸਿੱਖਾਂ ਨੂੰ ਭੇਜ ਦਿੰਦੇ ਤੇ ਲੋੜ ਹੁੰਦੀ ਤਾਂ ਖੁਦ ਵੀ ਚਲੇ ਜਾਂਦੇ, ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਦੇ ਘੋੜ ਸਵਾਰਾਂ ਦੀ ਗਿਣਤੀ ਵੱਧਦੀ ਚਲੀ ਗਈ। ਅਸਤਰ ਸ਼ਸਤਰ ਤੇ ਤੋਪਾਂ 'ਚ ਜਿਹੜਾ ਆ ਕਾਫੀ ਇਕੱਠ ਹੋਇਆ ਤੇ ਕਾਫੀ ਗਿਣਤੀ ਵਿੱਚ ਜਿਹੜੀ ਆ ਫੌਜਾਂ ਦੀ ਗਿਣਤੀ ਦਿਨੋਂ ਦਿਨ ਵਧਣੀ ਸ਼ੁਰੂ ਹੋ ਗਈ। ਇਸੇ ਦੌਰਾਨ ਜਿਹੜੀ ਖਬਰ ਆਈ ਕਿ ਦਾਰਾ ਸ਼ਿਕੋਹ ਸ਼ਾਮੂ ਗੜ੍ਹ ਦੇ ਮੈਦਾਨ ਵਿੱਚੋਂ ਔਰੰਗਜ਼ੇਬ ਤੋਂ ਹਾਰ ਗਿਆ। ਦਾਰਾ ਸ਼ਿਕੋਹ ਬੜੀ ਮੁਸ਼ਕਿਲ ਨਾਲ ਬਿਆਸ ਦਰਿਆ ਪਾਰ ਕਰਕੇ ਜਿਹੜਾ ਆ ਉਹ ਲਾਹੌਰ ਜਿਹੜਾ ਆ ਵੱਲ ਆਇਆ। ਉਸ ਦੇ ਨਾਲ 2000 ਫੌਜਾਂ ਵੀ ਸਨ। ਔਰੰਗਜ਼ੇਬ ਦੀਆਂ ਫੌਜਾਂ ਉਸ ਦਾ ਪਿੱਛਾ ਕਰ ਰਹੀਆਂ ਸਨ। ਰਾਹ ਵਿੱਚ ਤਰਨਤਾਰਨ ਦੇ ਸਥਾਨ ਤੇ ਗੁਰੂ ਹਰਰਾਏ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ ਕਿ ਅਗਰ ਔਰੰਗਜ਼ੇਬ ਦੀਆਂ ਫੌਜਾਂ ਨੂੰ ਗੋਇੰਦਵਾਲ ਦੇ ਪਰਤਨ ਤੋਂ ਰੋਕਿਆ ਜਾ ਸਕੇ ਤਾਂ ਮੇਰਾ ਜਿਹੜਾ ਆ ਬਚਾਅ ਹੋ ਸਕਦਾ ਹੈ। ਗੁਰੂ ਸਾਹਿਬ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਦਰਿਆ ਤੋਂ ਸਾਰੀਆਂ ਬੇੜੀਆਂ ਹਟਵਾ ਲਈਆਂ ਤਾਂ ਕਿ ਦਾਰਾ ਨੂੰ ਜਿਹੜਾ ਆ ਲਾਹੌਰ ਪਹੁੰਚਣ ਦਾ ਜਿਹੜਾ ਵਕਤ ਮਿਲ ਜਾਵੇ। ਉਹ ਲਾਹੌਰ ਪਹੁੰਚ ਵੀ ਗਿਆ, ਪਰ ਕਿਸੇ ਗੱਦਾਰ ਦੇ ਕਾਰਨ ਔਰੰਗਜ਼ੇਬ ਦੇ ਹੱਥੋਂ ਪਕੜਿਆ ਗਿਆ। ਦਾਰਾ ਦੇ ਜਿਹੜਾ ਆ ਉਸ ਦੇ ਸਾਥੀਆਂ ਨੂੰ ਬੁਰੀ ਤਰ੍ਹਾਂ ਜਿਹੜਾ ਆ ਕਤਲ ਕਰ ਦਿੱਤਾ ਗਿਆ, ਮਾਰਿਆ ਗਿਆ, ਤਸੀਹੇ ਦਿੱਤੇ ਗਏ। ਜਿਨ੍ਹਾਂ ਭਰਾਵਾਂ ਦੀ ਮਦਦ ਨਾਲ ਦਾਰਾ ਨੂੰ ਹਰਾਇਆ ਸੀ
ਉਹਨਾਂ ਨੂੰ ਵੀ ਕਤਲ ਕਰਵਾ ਕੇ ਖੁਦ ਤਖਤੇ ਤਾਉਸ ਦਾ ਮਾਲਕ ਬਣ ਬੈਠਾ ਸੀ। ਬੁੱਢੇ ਪਿਓ ਨੂੰ ਆਗਰੇ ਦੇ ਕਿਲੇ ਵਿੱਚ ਨਜ਼ਰਬੰਦ ਕਰਵਾ ਦਿੱਤਾ ਤੇ ਪਾਣੀ ਤੋਂ ਵੀ ਤਰਸਾ ਤਰਸਾ ਮਾਰਿਆ। ਸ਼ਾਹਜਹਾਂ ਨੇ ਆਪਣੇ ਲਫ਼ਜ਼ ਸਨ ਕਿ ਹਿੰਦੂ ਤੇ ਫਿਰ ਮਰਨ ਵਾਲੇ ਦੇ ਮੂੰਹ ਵਿੱਚ ਗੰਗਾ ਜਲ ਪਾ ਦਿੰਦੇ ਹਨ ਕਿ ਤੂੰ ਆਪਣੇ ਬਾਪ ਨੂੰ ਪਾਣੀ ਤੋਂ ਵੀ ਤਰਸਾ ਤਰਸਾ ਕੇ ਕਿਉਂ ਮਾਰ ਰਿਹਾ। ਇਸ ਤਰ੍ਹਾਂ ਘੋਰ ਅਪਰਾਧੀ ਹੋਣ ਦੇ ਬਾਵਜੂਦ ਉਹ ਸਾਰੀ ਜ਼ਿੰਦਗੀ ਪਾਪ ਮੋਮਨਾ ਵਾਂਗ ਪੱਕਾ ਹੀ ਜਿਹੜਾ ਸ਼ਰਈ ਤੇ ਦੀਨਦਾਰ ਬਣਿਆ ਰਿਹਾ। ਜਦ ਗੁਰੂ ਗੋਬਿੰਦ ਸਿੰਘ ਨੇ ਉਸ ਦਾ ਅਸਲੀ ਚਿਹਰਾ ਸਾਹਮਣੇ ਨਹੀਂ ਕੀਤਾ ਸੀ। ਔਰੰਗਜ਼ੇਬ ਨੇ ਗੱਦੀ ਹਾਸਲ ਕਰਦਿਆਂ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਆਪਣੇ ਆਪ ਨੂੰ ਇੱਕ ਸੱਚਾ ਮੁਸਲਮਾਨ ਸਾਬਤ ਕਰਨ ਲਈ ਬਨਾਰਸ, ਮਥੁਰਾ, ਜੈਪੁਰ, ਜੋਧਪੁਰ ਦੇ ਮੰਦਰਾਂ ਨੂੰ ਢਹਾ ਕੇ ਉੱਥੇ ਜਿਹੜੀਆਂ ਮਸੀਤਾਂ ਦਾ ਨਿਰਮਾਣ ਕਰਵਾ ਦਿੱਤਾ। ਹਿੰਦੂਆਂ ਤੇ ਤੀਰਥਾਂ ਦੇ ਜਜ਼ੀਏ ਜਿਹੜੇ ਆ ਟੈਕਸ ਲਗਾ ਦਿੱਤੇ। ਬੁੱਤ ਪੂਜਾ ਜਿਹੜਾ ਆ ਉਸ ਨੂੰ ਬੰਦ ਕਰਵਾ ਦਿੱਤਾ ਗਿਆ। ਹਿੰਦੂਆਂ ਨੂੰ ਸਰਕਾਰੀ ਨੌਕਰੀਆਂ ਤੋਂ ਹਟਾ ਦਿੱਤਾ ਗਿਆ। ਜੋਗੀਆਂ, ਸੰਨਿਆਸੀਆਂ, ਵੈਰਾਗੀਆਂ, ਗਵਈਏ ਤੇ ਸੰਗੀਤਕਾਰਾਂ ਨੂੰ ਜਿਹੜਾ ਆ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ। ਸਾਰੇ ਰਾਗ ਰੰਗ ਜੋ ਅਕਬਰ ਜ਼ਮਾਨੇ ਤੋਂ ਚਲੇ ਆ ਰਹੇ ਸੀ ਉਹ ਬੰਦ ਕਰਵਾ ਦਿੱਤੇ ਸੀ। ਸ਼ੀਆ ਮੁਸਲਮਾਨਾਂ ਤੇ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਪਾਬੰਦੀਆਂ ਲਗਾ ਦਿੱਤੀਆਂ ਸਨ ਤੇ ਇਸ ਵਕਤ ਸਿੱਖ ਵੀ ਉਸ ਦੀ ਸੀਨਾ ਜ਼ੋਰੀ ਤੋਂ ਬਚ ਕੇ ਜਿਹੜੇ ਆ ਉਹ ਨਹੀਂ ਰਹਿ ਸਕੇ ਸਨ। ਜਿਨ੍ਹਾਂ ਨੇ ਦਾਰਾ ਸ਼ਿਕੋਹ ਦੀ ਜਿਹੜੀ ਮਦਦ ਕੀਤੀ ਸੀ ਹੁਣ ਉਹਨਾਂ ਦੀ ਵਾਰੀ ਆਈ। ਦਾਰਾ ਸ਼ਿਕੋਹ ਦਾ ਗੁਰੂ ਸਾਹਿਬ ਕੋਲ ਆਣਾ ਜਾਣਾ ਕਾਫੀ ਸੀ। ਇਸ ਕਰਕੇ ਸਾਰੇ ਗੁਰਦੁਆਰੇ ਜੋ ਨਗਰਾਂ ਤੇ ਸ਼ਹਿਰਾਂ ਵਿੱਚ ਸਨ ਢਾਹ ਦਿੱਤੇ ਗਏ ਸਨ। ਸਿੱਖੀ ਪ੍ਰਚਾਰਕ ਉੱਥੋਂ ਕੱਢ ਦਿੱਤੇ ਗਏ ਸਨ। ਇਹ ਲਪਟਾਂ ਕੀਰਤਪੁਰ ਸਾਹਿਬ ਵੀ ਪਹੁੰਚੀਆਂ। ਹਰਿਰਾਏ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਜਿਹੜਾ ਆ ਪਰਵਾਨਾ ਭੇਜ ਦਿੱਤਾ ਗਿਆ। ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕਿ ਉਹ ਮਲੇਛਾਂ ਦੇ ਮੱਥੇ ਲੱਗਦੇ ਨਹੀਂ ਤੇ ਨਾ ਹੀ ਉਹਨਾਂ ਨੂੰ ਮਲੇਛਾਂ ਦੇ ਮੱਥੇ ਲੱਗਣਾ ਜਿਹੜਾ ਆ ਪਸੰਦ ਹੈ। ਆਪਣੇ ਆਪ ਜਿਹੜੇ ਆ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਤੇ ਹਿਦਾਇਤ ਦਿੱਤੀ ਤੇ ਨਾਲ ਕਿਹਾ ਕਿ ਸੱਚ ਤੋਂ ਮੂੰਹ ਨਹੀਂ ਮੋੜਨਾ ਅਤੇ ਕਿਸੇ ਤੋਂ ਡਰਨਾ ਨਹੀਂ ਤੇ ਹਰ ਸਵਾਲ ਜਿਹੜਾ ਆ ਉਸ ਦਾ ਸਹੀ ਉੱਤਰ ਦੇਣਾ ਤੇ ਅਕਾਲ ਪੁਰਖ ਦੇ ਭੈ ਨੂੰ ਆਪਣੇ ਮਨ ਦੇ ਅੰਦਰ ਰੱਖਣਾ। ਤੇ ਰਾਮ ਰਾਏ ਨਾਲ ਭਾਈ ਗੁਰਦਾਸ ਜੀ, ਭਾਈ ਤਾਰਾ ਨੂੰ ਵੀ ਭੇਜਣਾ ਕੀਤਾ। 24 ਘੋੜਸਵਾਰ ਤੇ 40 ਸਿੱਖ ਵੀ ਜਿਹੜੇ ਆ ਉਹਨਾਂ ਦੇ ਨਾਲ ਗਏ ਸਨ। ਰਾਮ ਰਾਏ ਅੰਬਾਲਾ ਤੋਂ ਪਾਣੀਪਤ ਹੁੰਦੇ ਹੋਏ ਦਿੱਲੀ ਚੰਦਰਵਾਲ ਖੇੜੇ ਕੋਲ ਜਿੱਥੇ ਅੱਜ ਕੱਲ੍ਹ ਮਜਨੂ ਦਾ ਟਿੱਲਾ ਹੈ ਤੇ ਉੱਥੇ ਜਿਹੜਾ ਉਸਨੇ ਟਿਕਾਣਾ ਕੀਤਾ। ਰਾਮ ਰਾਏ ਔਰੰਗਜ਼ੇਬ ਤੇ ਬਹੁਤ ਜਿਹੜਾ ਆ ਰਾਮ ਰਾਏ ਜੀ ਦਾ ਬਹੁਤ ਚੰਗਾ ਜਿਹੜਾ ਆ ਪ੍ਰਭਾਵ ਪਿਆ। ਉਸਨੇ ਹਰ ਪ੍ਰਸ਼ਨ ਦਾ ਉੱਤਰ ਬੜੇ ਸੁਚੱਜੇ ਢੰਗ ਨਾਲ ਦਿੱਤਾ ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲੱਗ ਪਿਆ। ਕਰਮਕਾਂਡਾਂ ਨਾਲ ਬਾਦਸ਼ਾਹ ਦੀ ਜਿਹੜੀ ਆ ਖੁਸ਼ਾਮਤ ਵੀ ਹੋਣ ਲੱਗ ਪਈ ਤੇ ਇੱਕ ਦਿਨ ਵਾਰਤਾ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਵਾਕ ਨੂੰ ਪਲਟਾ ਦਿੱਤਾ। ਜਦੋਂ ਇਹ ਘਟਨਾ ਕੀਰਤਪੁਰ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਵੀ ਮੱਥੇ ਲੱਗਣ ਦੀ ਹਿਦਾਇਤ ਲਿਖ ਕੇ ਚਿੱਠੀ ਰਾਹੀਂ ਭੇਜ ਦਿੱਤੀ ਅਤੇ ਸੰਗਤ ਨੂੰ ਹਦਾਇਤ ਕੀਤੀ ਤੇ ਉਹ ਜਿਹੜੇ ਬਚਨ ਸੀ ਪਲਟਾ ਕੇ ਬੋਲਣ ਵਾਲੇ ਉਹ ਪਾਵਨ ਪਵਿੱਤਰ ਫੁਰਮਾਨ ਗੁਰਬਾਣੀ ਦੇ ਸੀ ਤੇ ਗੁਰਬਾਣੀ ਅਕਾਲ ਪੁਰਖ ਦੀ ਜਿਹੜੀ ਆ ਜੋ ਉਹ ਅਕਾਲ ਪੁਰਖ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਉਹ ਤੁਰਕੀ ਬਾਣੀ ਨੂੰ ਜਿਨ੍ਹਾਂ ਨੂੰ ਸਾਰੇ ਗੁਰੂਆਂ ਨੇ ਸਿਰ ਮੱਥੇ ਜਿਹੜਾ ਆ ਲਾਇਆ ਆ ਤੇ ਮੰਨਿਆ ਆ ਤੇ ਇਸੇ ਗੁਰਬਾਣੀ ਕਰਕੇ ਜਿਹੜਾ ਆ ਉਹਨਾਂ ਨੂੰ ਅਕਾਲ ਪੁਰਖ ਦੇ ਦਰਸ਼ਨ ਹੋਏ ਨੇ। ਅਗਰ ਕੋਈ ਵੀ ਸਿੱਖ ਇਸ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਆ ਜਾਂ ਕਿਸੇ ਵੱਲੋਂ ਵੀ ਕੁਤਾਹੀ ਪਾਈ ਜਾਂਦੀ ਆ ਤਾਂ ਜਿਹੜਾ ਆ ਗੁਰੂ ਸਾਹਿਬ ਉਹਨਾਂ ਤੋਂ ਜਿਹੜੇ ਖੁਸ਼ ਨਹੀਂ ਹੁੰਦੇ। ਤੇ ਉਹ ਪਾਵਨ ਪਵਿੱਤਰ ਬਚਨ ਸੀ ਕਿ ਮਿੱਟੀ ਮੁਸਲਮਾਨ ਕੀ ਪੇੜਾ ਭਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਮਿੱਟੀ ਮੁਸਲਮਾਨ ਕੀ ਮਿੱਟੀ ਬੇਈਮਾਨ ਕੀ ਕਰ ਦਿੱਤਾ ਕਿਉਂਕਿ ਮੁਸਲਮਾਨ ਔਰੰਗਜ਼ੇਬ ਵੀ ਸੀ। ਇਸੇ ਲਈ ਜਿਹੜਾ ਆ ਉਹਨਾਂ ਨੇ ਇਸ ਬਾਣੀ ਦੀਆਂ ਸਤਰਾਂ ਨੂੰ ਬਦਲਾ ਕੇ ਬੋਲਿਆ ਤਾਂ ਕਿ ਔਰੰਗਜ਼ੇਬ ਖੁਸ਼ ਹੋ ਜਾਵੇ। ਇਸੇ ਤਰ੍ਹਾਂ ਜਦ ਰਾਮ ਰਾਏ ਨੂੰ ਮਾਫੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜਗੀਰ ਲੈ ਕੇ ਆਪਣਾ ਵਾਸਾ ਦੇਹਰਾਦੂਨ ਦੇ ਕੋਲ ਕਰ ਲਿਆ। 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਜਦ ਉਹ ਜਮਨਾ ਵਿੱਚ ਇੱਕ ਬੇੜੀ ਵਿੱਚ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਸੀ।
ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੀ ਸਿੱਖ ਲਹਿਰ ਨੇ ਸਮੇਂ-ਸਮੇਂ ਸਿਰ ਕਈ ਸੰਸਥਾਵਾਂ ਨੂੰ ਜਨਮ ਦਿੱਤਾ, ਜਿਵੇਂ ਲੰਗਰ, ਸੰਗਤ, ਮੰਜੀ, ਦਸਵੰਧ, ਮਸੰਦ, ਧਰਮਸਾਲ ਆਦਿ, ਜੋ ਹੁਣ ਤੱਕ ਪੂਰੀ ਤਰ੍ਹਾਂ ਪ੍ਰਫੁੱਲਤ ਹੋ ਚੁੱਕੀਆਂ ਹਨ। ਗੁਰੂ ਹਰਿਰਾਏ ਸਾਹਿਬ ਨੇ ਨਾ ਕੇਵਲ ਇਹਨਾਂ ਸੰਸਥਾਵਾਂ ਨੂੰ ਸੰਭਾਲਿਆ, ਸਗੋਂ ਵਿਕਸਿਤ ਵੀ ਕੀਤਾ। ਸਿੱਖੀ ਦੇ ਪ੍ਰਚਾਰ ਨੂੰ ਪੱਕੇ ਪੈਰੀ ਖੜਾ ਕਰਨ ਲਈ 4 ਧੂਣੇ 6 ਬਖਸ਼ਿਸ਼ਾਂ ਵੀ ਸਥਾਪਿਤ ਕੀਤੀਆਂ, ਜਿਸ ਨਾਲ ਦੱਖਣੀ ਭਾਰਤ ਵਿੱਚ ਧੂਣੇ ਤੇ ਬਖਸ਼ਿਸ਼ਾਂ ਦਾ ਜਿਹੜਾ ਆ ਉਹ ਜਾਲ ਵਿਛਿਆ ਹੋਇਆ। ਤੇ ਉਹਨਾਂ ਨੇ ਕੁਝ ਪ੍ਰਚਾਰਕ ਯਾਤਰਾਵਾਂ ਵੀ ਕੀਤੀਆਂ, ਜਿਸ ਵਿੱਚ ਗੁਰੂ ਸਾਹਿਬ ਨੇ ਪ੍ਰਚਾਰ ਦੇ ਕੰਮ ਨੂੰ ਢਿੱਲਾ ਨਹੀਂ ਪੈਣ ਦਿੱਤਾ। ਕਈ ਨਵੇਂ ਪ੍ਰਚਾਰ ਦੂਰ ਦੁਰਾਡੇ ਮੁਲਕ ਵਿੱਚ ਭੇਜੇ ਗਏ। ਗੁਰੂ ਸਾਹਿਬ ਨੇ ਖੁਦ ਹੀ ਆਪਣੀ ਗੁਰਿਆਈ ਕਾਲ ਵਿੱਚ 1644-1661 ਦੌਰਾਨ ਵਿੱਚ ਕੀਰਤਪੁਰ ਸਾਹਿਬ ਤੋਂ ਬਾਹਰ ਜਾ ਕੇ ਸਿੱਖੀ ਪ੍ਰਚਾਰ ਕੀਤਾ। ਹਾਲਾਂਕਿ ਇਹਨਾਂ ਪ੍ਰਚਾਰਕ ਦੌਰਿਆਂ ਬਾਰੇ ਜਿਹੜਾ ਇਤਿਹਾਸਕਾਰਾਂ ਵਿੱਚ ਜਿਹੜਾ ਕਾਫੀ ਮਤਭੇਦ ਵੀ ਚੱਲ ਰਹੇ ਹਨ, ਪਰ ਅਸੀਂ ਮਤਭੇਦ ਚੋਂ ਜਿਹੜਾ ਦੂਰ ਰਹਿ ਕੇ ਇਸ ਇਤਿਹਾਸ ਨੂੰ ਜਿਹੜਾ ਉਹ ਸਰਵਣ ਕਰਨਾ ਹੈ। ਤੇ ਗੁਰੂ ਸਾਹਿਬ ਨੇ 2 ਪ੍ਰਚਾਰਕ ਜਿਹੜੇ ਨੇ ਉਹ ਦੌਰੇ ਕੀਤੇ ਸਨ। ਪਹਿਲਾ ਦੌਰਾ ਪਹਿਲੇ ਵਿੱਚ ਅੰਮ੍ਰਿਤਸਰ, ਗੋਇੰਦਵਾਲ, ਖੰਡੂਰ ਸਾਹਿਬ, ਵੱਡੀ ਜਿਹੜਾ ਲਹਿਲ, ਹਰੀਆਂ ਵੇਲਾ, ਭੁੰਗਰਨੀ, ਬਬੇਲੀ, ਕਰਤਾਰਪੁਰ, ਨੂਰ ਮਹਿਲ, ਜਿਹੜਾ ਪੁਆਧੜਾ, ਗਹਿਲਾ, ਭਾਈ ਕੀ ਡਰੌਲੀ, ਮਾੜੀ ਪਿੰਡ, ਮਝਾਰ, ਮੀਂਜਨੇ ਕੀ ਮੌੜੀ, ਪਲਾਹੀ ਨਗਰ, ਫਰਾਲ, ਸੰਧਵਾ, ਦੁਸਾਂਝ, ਮਸੰਦਾ ਤੇ ਹਕੀਮਪੁਰ, ਚੰਦਪੁਰ ਤੇ ਦੋਲੇਵਾਲ ਜਿਹੜੇ ਨੇ ਇਸ ਪਿੰਡ ਦੇ ਦੌਰੇ ਦੇ ਵਿੱਚ ਜਿਹੜਾ ਪ੍ਰਚਾਰਕ ਦੌਰੇ 'ਚ ਸ਼ਾਮਲ ਸੀ। ਤੇ ਦੂਸਰਾ ਦੌਰਾ ਜਿਹੜਾ ਉਹ ਬੁੰਗਾ, ਰੋਪੜ, ਪਿਹੋਵਾ, ਸਿਆਲਕੋਟ, ਜੰਮੂ ਕਸ਼ਮੀਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਜਗ੍ਹਾਵਾਂ ਇਸ ਦੇ ਵਿੱਚ ਜਿਹੜੀਆਂ ਨੇ ਸ਼ਾਮਲ ਸੀ। ਮਾਝੇ ਤੇ ਦੁਆਬੇ ਵਿੱਚ ਤਾਂ ਸਦੀਆਂ ਤੋਂ ਪ੍ਰਚਾਰ ਹੁੰਦੇ ਸੀ, ਪਰ ਮਾਲਵੇ ਵਿੱਚ ਸਵਾਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿਸੇ ਵੀ ਗੁਰੂ ਸਾਹਿਬ ਦੇ ਚਰਨ ਨਹੀਂ ਪਾਏ। ਗੁਰੂ ਹਰਿਰਾਏ ਨੇ ਇਸ ਇਲਾਕੇ ਵਿੱਚ ਵੀ ਪ੍ਰਚਾਰ ਆਰੰਭਿਆ। 1656 ਵਿੱਚ ਗੁਰੂ ਹਰਿਰਾਏ ਸਾਹਿਬ ਮਾਲਵੇ ਵਿੱਚ ਮਹਾਰਾਜ ਤੱਕ ਗਏ, ਜਿੱਥੋਂ ਉਹਨਾਂ ਨੇ ਫੂਲ ਜੋ ਆਪਣੇ ਸੰਬੰਧੀਆਂ ਸਮੇਤ ਰੋਜ਼ ਦੀਵਾਨ ਵਿੱਚ ਹਾਜ਼ਰ ਹੁੰਦੇ ਸਨ। ਉਹਨਾਂ ਦੀ ਨਿਮਰਤਾ ਤੇ ਸੇਵਾ ਭਾਵ ਦੇ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਰਾਜ ਕਮਾਉਣਗੇ, ਜਿਸ ਵਜੋਂ ਪਟਿਆਲਾ, ਜੀਂਦ ਤੇ ਨਾਭਾ ਦੀਆਂ ਰਿਆਸਤਾਂ ਹੋਂਦ ਵਿੱਚ ਆਈਆਂ। ਇਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਿਹੜਾ ਉਹਨਾਂ ਨੂੰ ਖੁਸ਼ੀ ਵਸਣ ਦਾ ਆਸ਼ੀਰਵਾਦ ਦਿੱਤਾ ਸੀ। ਜਦੋਂ ਆਪ ਸਿਆਲਕੋਟ ਦੇ ਨੇੜੇ ਗਲੋਟਿਆ ਖੁਰਜ ਪੁੱਜੇ ਤਾਂ ਉੱਥੇ ਭਾਈ ਨੰਦ ਲਾਲਪੁਰੀ ਦਰਸ਼ਨਾਂ ਨੂੰ ਆਏ। ਉਹਨਾਂ ਨਾਲ ਉਹਨਾਂ ਦਾ ਪੋਤਰਾ ਵੀ ਸੀ ਤੇ ਉਹਨਾਂ ਦੇ ਨਾਲ ਹਕੀਕਤ ਰਾਏ ਵੀ ਸਨ। ਉਹਨਾਂ ਨੇ ਉਪਦੇਸ਼ ਮੰਗਿਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ 3 ਗੱਲਾਂ ਦੀ ਮਨਾਹੀ ਕੀਤੀ ਕਿ ਟੋਪੀ ਨਹੀਂ ਪਹਿਨਣਾ, ਨਸ਼ੇ ਦੀ ਵਰਤੋਂ ਨਹੀਂ ਕਰਨੀ ਤੇ ਅਕਾਲ ਪੁਰਖ ਦੀ ਮੋਹਰ, ਗੁਰੂ ਦੀ ਮੋਹਰ, ਕੇਸ ਕਤਲ ਨਹੀਂ ਕਰਵਾਉਣੇ, ਜਿਨ੍ਹਾਂ ਨੂੰ ਉਹਨਾਂ ਨੇ ਸਾਰੀ ਜ਼ਿੰਦਗੀ ਵਾਸਤੇ ਪੱਲੇ ਬੰਨ੍ਹ ਲਿਆ ਸੀ। ਇਹਨਾਂ ਸਿੱਖਾਂ ਦਾ ਨਾਂ ਧਰਮੀਆਂ ਸਿੱਖ ਵਿੱਚ ਪੈ ਗਿਆ ਸੀ, ਜੋ ਹਰ ਵੇਲੇ ਸਿੱਖਾਂ ਦੇ ਸਿੱਖੀ ਅਤੇ ਸਿੱਖੀ ਸਿਦਕ ਦੀ, ਸਿੱਖੀ ਦੇ ਗੁਰੂ ਘਰਾਂ ਦੀ, ਸਿੱਖੀ ਦੇ ਪ੍ਰਚਾਰ ਦੀ, ਜੋ ਸਿੱਖੀ ਦੀ ਸੇਵਾ ਕਰਦੇ ਸੀ। ਹਕੀਕਤ ਰਾਏ ਜ਼ਕਰੀਆ ਖਾਨ ਦੇ ਹੱਥੋਂ ਸ਼ਹੀਦ ਹੋ ਗਏ ਸਨ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਜਿਹੜਾ ਹਕੀਕਤ ਰਾਏ ਜੀ ਦੀ ਜਿਹੜੀ ਇਤਿਹਾਸਕ ਜਿਹੜੀ ਤੇ ਉਹਨਾਂ ਦੀ ਜੀਵਨ ਤੇ ਜਿਹੜਾ ਅਸੀਂ ਝਾਤ ਮਾਰ ਚੁੱਕੇ ਹਾਂ। ਤੇ 360 ਜਿਹੜੀਆਂ ਹੋਰ ਮੰਜੀਆਂ ਥਾਪੀਆਂ ਸਨ। ਭਾਈ ਬੀਦੀ ਚੰਦ, ਭਾਈ ਪੁੰਗਰ, ਭਾਈ ਗੋਂਦਾ, ਭਾਈ ਜਿਉਣਾ, ਭਾਈ ਕਲਾ, ਭਾਈ ਦੁਲਟ, ਭਾਈ ਨੰਦਬਾਲ ਤੇ ਭਾਈ ਫੇਰੂ, ਭਾਈ ਭਗਤੂ ਤੇ ਭਾਈ ਗੋਰਾ ਮੁੱਖ ਪ੍ਰਚਾਰਕ ਸਨ, ਜਿਨ੍ਹਾਂ ਨੇ ਸਿੱਖੀ ਦੀ ਤਨ, ਮਨ, ਧਨ ਦੇ ਨਾਲ ਜਿਹੜਾ ਉਹ ਸੇਵਾ ਕੀਤੀ। 3 ਸਿੱਖਾਂ ਦੇ ਅਧੀਨ ਸਿੱਖੀ ਪ੍ਰਚਾਰਕ ਦੇ ਕੇਂਦਰ ਵੀ ਕਾਇਮ ਕੀਤੇ। ਸੰਨਿਆਸੀ ਭਗਤ ਭਗਵਾਨ ਪੁਰਬ ਵੱਲ ਜਿਹੜਾ ਸੁਥਰੇ ਸ਼ਾਹ ਨੂੰ ਦਿੱਲੀ ਤੇ ਭਾਈ ਫੇਰੂ ਨੂੰ ਰਾਜਸਥਾਨ ਤੇ ਦੁਆਬਾ ਜਿਹੜਾ ਉਹ ਵਾਰੀ ਜਿਹੜਾ ਉਹਦੇ ਵੱਲ ਭੇਜਿਆ ਗਿਆ। ਕੈਥਲ ਤੇ ਬਾਗੜੀਆ ਖਾਨਦਾਨ ਦੇ ਮੋਢੀਆਂ ਨੂੰ ਵੀ ਮਾਲਵੇ ਦੇ ਇਲਾਕੇ ਵੱਲ ਜਿਹੜਾ ਉਹ ਪ੍ਰਚਾਰ ਕਰਨ ਲਈ ਜਿਹੜਾ ਉਹ ਨਿਯਤ ਕੀਤਾ ਗਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਤਿਆਰ ਕਰਵਾਈਆਂ ਗਈਆਂ। ਆਪਣੇ ਹੱਥੀਂ ਮੂਲ ਮੰਤਰ ਨੂੰ ਨਖੇੜ ਕੇ ਲਿਖਿਆ ਤਾਂ ਕਿ ਬਾਣੀ ਪੜ੍ਹਨ ਤੇ ਸਮਝਣ ਵਿੱਚ ਆਸਾਨੀ ਰਹੇ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਇੱਕ ਬਾਗ ਬਣਵਾਇਆ ਸੀ, ਜਿਸ ਦਾ ਬਹੁਤਾ ਵਿਕਾਸ ਗੁਰੂ ਹਰਿਰਾਏ ਸਾਹਿਬ ਦੇ ਵਕਤ ਹੋਇਆ। ਉਸ ਵਿੱਚ ਕਈ ਤਰ੍ਹਾਂ ਦੇ ਫਲ ਤੇ ਜੜੀ ਬੂਟੀਆਂ ਲਗਵਾਈਆਂ ਸਨ, ਜੋ ਆਪ ਜੀ ਦੇ ਸਫਾਖਾਨੇ ਤੇ ਦਵਾਖਾਨੇ ਵਿੱਚ ਜਿਹੜੀਆਂ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੰਭਾਲਣ ਲਈ ਕੰਮ ਆਈਆਂ।
ਆਪ ਜੀ ਦੇ ਵਕਤ ਕੀਰਤਪੁਰ ਸਾਹਿਬ ਦੀ ਆਬਾਦੀ ਇਤਨੀ ਵੱਧ ਗਈ ਕਿ ਬਸਤੀਆਂ ਬਣ ਗਈਆਂ, ਵੱਖ-ਵੱਖ ਥਾਵਾਂ ਤੇ ਸ਼ਹਿਰਾਂ ਨੂੰ ਜਿਹੜਾ ਆ ਸੁੰਦਰ ਬਣਾ ਦਿੱਤਾ ਗਿਆ ਤੇ 52 ਬਾਗ ਵੀ ਲਗਵਾਏ, ਜਿਨ੍ਹਾਂ ਦੀ ਦੇਖਭਾਲ ਕਰਨ ਲਈ ਸਿਆਣੇ ਮਾਲੀਆਂ ਦਾ ਇੰਤਜ਼ਾਮ ਕੀਤਾ ਸੀ। ਚੰਗੇ ਬਾਗ ਤਿਆਰ ਕਰਨ ਵਾਲੇ ਮਾਲੀਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਸਨ ਤੇ ਕੀਰਤਪੁਰ ਅੱਜ ਵੀ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਤੇ ਇਸੇ ਤਰ੍ਹਾਂ ਦਾ ਜਿਹੜਾ ਆ ਇਤਿਹਾਸ ਸੀ। ਤੇ ਕਰਤਾਰਪੁਰ ਸਾਹਿਬ ਵਿੱਚ ਗੰਗਸਰ ਨੂੰ ਖੂਹ ਨੂੰ ਜਿਹੜਾ ਆ ਉਹ ਪੱਕਾ ਕਰਵਾਇਆ। ਡਰੋਲੀ ਵਿੱਚ ਮਾਤਾ ਦਮੋਦਰੀ ਦੀ ਯਾਦ ਵਜੋਂ ਖੂਹ ਨੂੰ ਸੰਪੂਰਨ ਕਰਵਾਇਆ, ਜੋ 6ਵੇਂ ਪਾਤਸ਼ਾਹ ਵਕਤ ਸ਼ੁਰੂ ਹੋਇਆ ਸੀ। ਨੂਰ ਮਹਿਲ ਵਿੱਚ ਇੱਕ ਬਾਗ ਧਰਮਸਾਲ ਜਿਹੜਾ ਆ ਬਣਾਉਣ ਦਾ ਆਦੇਸ਼ ਦਿੱਤਾ ਸੀ। ਗੁਰੂ ਸਰ ਦੇ ਨੇੜੇ ਜਿਹੜਾ ਆ ਲਹਿਰਾ ਮਹਾਰਾਜ ਜਿਹੜਾ ਆ ਉਹ ਪਿੰਡ ਵਸਾਇਆ ਸੀ ਤੇ ਕਸ਼ਮੀਰ ਦੇ ਡੇਰੇ ਤੇ ਨੇਜਾ ਮਾਰ ਕੇ ਜਿਹੜਾ ਆ ਖੂਹ ਬਣਵਾਇਆ ਸੀ, ਕਿਉਂਕਿ ਸਾਰੇ ਨਗਰ ਵਿੱਚ ਇੱਕ ਹੀ ਖੂਹ ਸੀ ਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਉਹ ਪਾਣੀ ਦੀ ਜਿਹੜਾ ਆ ਭਾਲ ਵਿੱਚ ਜਾਂਦੇ ਸੀ। ਗੁਰੂ ਸਾਹਿਬ ਨੇ ਸੱਚਖੰਡ ਦੀ ਵਾਪਸੀ ਦਾ ਸਮਾਂ ਜਾਣ ਕੇ ਆਪਣੇ ਛੋਟੇ ਸਾਹਿਬਜ਼ਾਦੇ ਜੋ ਅਜੇ ਮਸਾਂ ਕੋ 5 ਵਰਿਆਂ ਦੇ ਸੀ ਤੇ ਗੁਰਗੱਦੀ ਲਈ ਧਾਮਿਆ ਤੇ ਜਿਹੜਾ ਆ ਵੱਡਾ ਪੁੱਤਰ ਤੇ ਪਹਿਲੇ ਜਿਹੜੇ ਨੇ ਉਹ ਪਹਿਲਾਂ ਹੀ ਬੇਮੁਖ ਹੋ ਚੁੱਕੇ ਸਨ। ਜਿਸ ਤਰ੍ਹਾਂ ਅਸੀਂ ਦੱਸਿਆ ਸੀਗਾ ਕਿ ਉਹਨਾਂ ਨੇ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੂੰ ਪਲਟਾ ਕੇ ਜਿਹੜਾ ਆ ਉਹ ਪੜ੍ਹਿਆ ਸੀ। ਅਕਤੂਬਰ 1661 ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ। ਆਪ ਜੀ ਦਾ ਦੇਹ ਸੰਸਕਾਰ ਸਤਲੁਜ ਦੇ ਕੰਢੇ ਜਿਹੜਾ ਆ ਅਸਥੀਆਂ ਪਾਤਾਲਪੁਰੀ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਉਪਦੇਸ਼ ਕੀਤੇ ਸਨ ਸਾਨੂੰ ਜਿਹੜਾ ਆ ਸਿੱਖਾਂ ਨੂੰ, ਉਹ ਕੁਛ ਜਿਹੜੇ ਇਸ ਤਰ੍ਹਾਂ ਸਨ। ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਸਾਡੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦਾ ਇੱਕ ਉਪਦੇਸ਼ ਬਿਲਕੁਲ ਸੇਮ ਸੀ, ਕੰਮ ਕਰਨ ਦਾ ਜਿਹੜਾ ਨਜ਼ਰੀਆ ਸੇਮ ਸੀ, ਸਿਧਾਂਤ ਸੇਮ ਸੀ, ਸਾਰਾ ਕੁਝ ਬਿਲਕੁਲ ਸੇਮ ਸੀ। ਪਰ ਹੋ ਸਕਦਾ ਆ ਕਿ ਜੋ ਸਮੇਂ ਦੇ ਵਿੱਚ ਵਾਪਰਦਾ ਹੋਵੇ ਤੇ ਉਸ ਨੂੰ ਲੈ ਕੇ ਜਿਹੜਾ ਆ ਕੁਝ ਹਦਾਇਤਾਂ ਵੀ ਕੀਤੀਆਂ ਹੋਣ। ਤੇ ਇਸੇ ਤਰ੍ਹਾਂ ਜਿਹੜਾ ਆ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਜਿਹੜੇ ਨੇ ਉਪਦੇਸ਼ ਕੀਤੇ ਤੇ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ, ਉਹਨਾਂ ਨੇ 4 ਉਦਾਸੀਆਂ ਕੀਤੀਆਂ, ਉਹਨਾਂ ਦੇ ਵਿੱਚ ਵੀ ਜਿਹੜਾ ਆ ਉਹਨਾਂ ਨੇ ਉਪਦੇਸ਼ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆ ਨੰਦੇੜ ਸਾਹਿਬ 'ਚ 52 ਹੁਕਮ ਸਾਨੂੰ ਬਖਸ਼ੇ ਸੀ, ਉਹ ਵੀ ਅਸੀਂ ਉਪਦੇਸ਼ ਨੂੰ ਸਮਝ ਕੇ ਜਿਹੜਾ ਆ ਸਾਨੂੰ ਸਿਰ ਮੱਥੇ ਲਾਉਣਾ ਚਾਹੀਦਾ ਆ ਤੇ ਆਪਣਾ ਜਿਹੜਾ ਜੀਵਨ ਹੈ ਗੁਰਮਤ ਦੇ ਅਨੁਸਾਰ ਜਿਹੜਾ ਆ ਉਹ ਬਤੀਤ ਕਰਨਾ ਚਾਹੀਦਾ ਆ। ਤੇ ਉਹਨਾਂ ਨੇ ਜਿਹੜਾ ਆ ਕਿਹਾ ਕਿ ਬਾਣੀ ਨੂੰ ਬੇਹੱਦ ਪਿਆਰ ਕਰਨਾ, ਇੱਥੋਂ ਤੱਕ ਬਾਣੀ ਸੁਣਦੇ ਇਤਨੇ ਲੀਨ ਹੋ ਜਾਂਦੇ ਸਨ ਕਿ ਉਹ ਆਪਣੇ ਆਪ ਨੂੰ ਭੁੱਲ ਜਾਂਦੇ ਸਨ। ਅਕਾਲ ਪੁਰਖ ਤੇ ਭਰੋਸਾ ਕਰੋ, ਬਿਨਾਂ ਕਿਸੇ ਹੀਲ ਹੁਜਤ ਤੋਂ ਜਿਹੜਾ ਆ ਸ਼ੁਭ ਅਮਲ ਤੇ ਸੱਚੀ ਜਿਹੜੀ ਆ ਕਿਰਤ ਕਰੋ। ਕਿਸੇ ਨੂੰ ਮੰਦਾ ਨਾ ਆਖੋ, ਕਿਸੇ ਦਾ ਦਿਲ ਨਾ ਦੁਖਾਓ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ ਨੂੰ ਤਿਆਗੋ ਤੇ ਸੰਗਤ ਸੰਸਾਰ ਨੂੰ ਜਿਹੜਾ ਆ ਪਾਰ ਕਰਨ ਦਾ ਜਿਹੜਾ ਆ ਇੱਕੋ ਇੱਕ ਇਕਲੌਤਾ ਜਹਾਜ਼ ਹੈ। ਸੰਗਤ ਦੇ ਵਿੱਚ ਤੁਸੀਂ ਨਾਮ ਨੂੰ ਜਪ ਕੇ ਜਿਹੜਾ ਆ ਇਸ ਭਵ ਸਾਗਰ ਨੂੰ, ਇਸ ਜਿਹੜਾ ਕਲਯੁਗੀ ਜਿਹੜਾ ਆ ਸਮਾਜ ਦੇ ਵਿੱਚੋਂ ਜਿਹੜਾ ਆ ਤੁਸੀਂ ਇਸ ਦੇ ਵਿੱਚੋਂ ਜਿਹੜਾ ਆ ਨਿਕਲ ਸਕਦੇ ਹੋ। ਅਤਿਥੀ ਦਾ ਆਦਰ ਕਰੋ, ਯਾਨੀ ਕਿ ਆਪਣੇ ਜਿਹੜਾ ਆ ਕੋਈ ਵੀ ਮਹਿਮਾਨ ਆਉਂਦਾ ਆ, ਕੋਈ ਵੀ ਜਿਹੜਾ ਆ ਸਾਡੇ ਦੁਆਰ ਤੇ ਚੱਲ ਕੇ ਆਉਂਦਾ ਆ, ਉਹਦਾ ਹਮੇਸ਼ਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਆ। ਮਾਂ ਪਿਓ ਦੀ ਜਿਹੜਾ ਆ ਸੇਵਾ ਕਰਨੀ ਚਾਹੀਦੀ ਆ ਤੇ ਜਿਹੜੀ ਆ ਇਹੀ ਸਭ ਤੋਂ ਵੱਡੀ ਸੇਵਾ ਤੇ ਭਗਤੀ ਹੈ। ਦਸਵੰਧ ਕੱਢੋ, ਜਿਸ ਨਾਲ ਲੋੜਵੰਦ ਤੇ ਭੁੱਖੇ ਗਰੀਬਾਂ ਦੀ ਜਿਹੜੀ ਆ ਉਹ ਸੇਵਾ ਹੋ ਸਕੇ ਤੇ ਉਹਨਾਂ ਨੂੰ ਜਿਹੜਾ ਉਹਦੇ ਨਾਲ ਜਿਹੜਾ ਬਲ ਮਿਲ ਸਕੇ। ਉਸ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੋ ਜੋ ਉਸ ਨੂੰ ਦਿਖਾਉਣ ਦੀ ਜਿਹੜੀ ਆ ਕੋਸ਼ਿਸ਼ ਹੋਵੇ। ਇਸੇ ਤਰ੍ਹਾਂ ਦਾ ਕੰਮ ਨਾ ਕਰੋ ਜਿਸ ਨੂੰ ਪਰਮਾਤਮਾ ਤੋਂ ਸਾਨੂੰ ਲੁਕਾਉਣਾ ਪਵੇ ਤੇ ਉਸ ਨੂੰ ਜਿਹੜਾ ਆ ਸਭ ਕੁਝ ਉਸ ਨੂੰ ਦਿਖਦਾ ਹੁੰਦਾ ਹੈ। ਇਸੇ ਇਰਾਦੇ ਵਿੱਚ ਜਿਹੜੀ ਆ ਸੋਚ ਕੇ ਜ਼ਿੰਦਗੀ ਕੱਢੋ ਕਿ ਪਰਮਾਤਮਾ ਸਭ ਕੁਝ ਦੇਖਦਾ ਆ ਤੇ ਆਪਣੇ ਆਪ ਨੂੰ ਜਿਹੜਾ ਆ ਉਹ ਡੋਲ ਰੱਖੋ। ਸਿੱਖ ਨੂੰ ਜਿਹੜਾ ਆ ਟੋਪੀ ਪਾਉਣਾ, ਤੰਬਾਕੂ ਖਾਣਾ ਤੇ ਚਾਹੇ ਉਹ ਪੀਣ ਦੀ ਗੱਲ ਹੋਵੇ, ਚਾਹੇ ਉਹ ਮਦਰਾ ਪੀਣ ਦੀ ਗੱਲ ਹੋਵੇ ਤੇ ਚਾਹੇ ਉਹ ਦਾਰੂ ਪੀਣ ਦੀ ਗੱਲ ਹੋਵੇ, ਇਸੇ ਤਰ੍ਹਾਂ ਜਿਹੜੀਆਂ ਹਦਾਇਤਾਂ ਆ ਉਹ ਕਰਕੇ ਗਏ ਨੇ ਕਿ ਕਦੇ ਵੀ ਇਸ ਵੱਲ ਜਿਹੜਾ ਮੂੰਹ ਨਹੀਂ ਕਰਨਾ ਤੇ ਕੇਸ ਜਿਹੜੀ ਆ ਉਹ ਕਤਲ ਨਹੀਂ ਕਰਵਾਉਣੇ। ਇਸੇ ਤਰ੍ਹਾਂ ਦਾ ਜਿਹੜਾ ਇਤਿਹਾਸ ਗੁਰੂ ਹਰਿਰਾਏ ਸਾਹਿਬ ਜੀ ਦਾ ਸੀਗਾ, ਸਾਨੂੰ ਉਹਨਾਂ ਦੇ ਉਪਦੇਸ਼ਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਜਿਹੜਾ ਆ ਉਹ ਬਿਲਕੁਲ ਢੰਗ ਦੇ ਨਾਲ, ਗੁਰਮਤ ਦੇ ਨਾਲ ਤੇ ਗੁਰਸਿੱਖੀ ਦੇ ਨਾਲ ਜੋੜ ਕੇ ਜੀਣਾ ਚਾਹੀਦਾ ਆ।
ਤੇ ਅੱਜ ਅਸੀਂ ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਜਿਹੜਾ ਇਤਿਹਾਸ ਤੇ ਝਾਤ ਮਾਰੀ ਹੈ ਤੇ ਸਾਰੇ ਹੀ ਦਰਸ਼ਕਾਂ ਤੋਂ ਇੱਕ ਵਾਰ ਫੇਰ ਗਗਨਦੀਪ ਸਿੰਘ ਅਨੰਦਪੁਰੀ ਇਤਿਹਾਸ ਦੇ ਵਿੱਚ ਹੋਈਆਂ ਗਲਤੀਆਂ ਦੀ ਜਿਹੜੀ ਆ ਮੁਆਫੀ ਮੰਗਦਾ ਹੈ। ਤੇ ਆਓ ਵੱਧਦੇ ਹਾਂ ਅਸੀਂ ਆਪਣੇ ਅਗਲੇ ਪ੍ਰੋਗਰਾਮ ਵੱਲ। ਅਗਲੇ ਪ੍ਰੋਗਰਾਮ ਦਾ ਜਿਹੜਾ ਸਾਡਾ ਇੱਕ ਵਾਇਰਲ ਵੀਡੀਓ ਹੁੰਦਾ ਹੈ, ਵਾਇਰਲ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਜਿਹੜਾ ਆ ਕਾਂਗਰਸ ਨੇ ਆਪਣਾ ਜਿਹੜਾ ਆ ਚੋਣ ਪ੍ਰਚਾਰ ਵੱਡੇ ਪੱਧਰ ਤੇ ਜਿਹੜਾ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿੱਚ ਪ੍ਰਿयंका गांधी वाड्रा ने कल पंजाब का दौरा किया। वो पंजाब के अलग अलग शहरों के जोड़ा आ उन्होंने उत्थे दौरा किया ते जिहड़ा आ बह के जिहड़ा आ देसी मंजे के उत्ते पिंडां दे मंजे के उत्ते बह के जिहड़ा आ साग दे नाल मक्की दी रोटी खाधी आ, लस्सी पीती आ अते जिहड़े लोकां दीयां दुख तकलीफां जिहड़ियां ने वो सुणियां ने। ते उस तो बाद चों उन्होंने एक रैली नूं संबोधन किया कोटकपुरा रैली दे विच। ते जे सारियां गल्लां मैं ही दस दित्तियां ते जिहड़ा आ उस वीडियो दे विच कुछ नहीं रहना। ते आओ देखदे हां एक छोटा जिहा वीडियो। आप झुकने वाले नहीं हैं। जब मैं लखीमपुर खेरी गई, जहां पे 6 किसानों को एक क्रूरता से कुचला गया, एक मंत्री के पुत्र ने कुचला, मैं जब उन किसानों के परिवारों में गई, दुख लगा लेकिन गर्व भी हुआ कि ऐसे भी परिवार होते हैं। जो परिवार उजड़ गए थे, कमाने वाला चले गया था, लेकिन महिला वहां खड़ी थी, खुददार थी, झुकती नहीं थी। ऐसे गांव में मैं गई जहां पे उनका एक घर अकेला था, डर था। मुझे बोला, चुपचाप से बोला कि दीदी किसी को हमारे साथ छोड़ दो, क्योंकि क्या पता यहां क्या हो जाए। लेकिन झुकी नहीं वो महिलाएं, वो विधवाएं भी नहीं झुकी, अपना सर ऊंचा करके बैठी थी और कह रही थी कि ठीक है, हमारे परिवार का सदस्य, हमारा शौहर शहीद हो गया, कोई बात नहीं, हम लड़ते रहेंगे। ये है पंजाबियत। यहां पर आज चुनाव चल रहे हैं, चुनाव चल रहे हैं, बहुत तमाम पार्टियां आपके सामने आ रही हैं। कुछ को तो आप अच्छी तरह से पहचान रहे हैं। भाजपा की मैं बात कर रही हूं। आपने खुद देखा कि आपने कितना आंदोलन किया, आपने कितनी आवाज उठाई, लेकिन किसी ने सुनवाई नहीं की। तो उनकी तो बात ही नहीं करते, उन्हें आप अच्छी तरह से पहचानते हैं। लेकिन यहां एक और राजनीतिक दल है जो दिल्ली से आया है। अब उनको आप सही तरह से पहचान रहे हैं कि नहीं, इसके बारे में आपसे मैं पूछना चाहती हूं। देखिए, आपके सामने दिल्ली का मॉडल दिखाया जाता है बड़े बड़े विज्ञापनों पे, और आपके पास लोग आकर प्रचार करते हैं कि दिल्ली का मॉडल देखिए, दिल्ली की सरकार देखिए। मत भूलिए मेरे भाइयों और बहनों, एक बार पहले एक ऐसे मॉडल का प्रचार हुआ था 2014 में, जब भाजपा की केंद्र में सरकार बनी थी, तो गुजरात मॉडल के आधार पे बनी थी। उसी तरह से जिस तरह आपके सामने आज प्रचार हो रहा है, बड़े बड़े विज्ञापन थे, इतना विकास हुआ है गुजरात में, बिजनेस आसान हो गया है, गरीब नहीं है, सब अमीर हो रहे हैं, सब खुशहाल हैं, किसान खुशहाल हैं, रोजगार ही रोजगार है। और क्या हुआ? वो मॉडल सिर्फ विज्ञापनों में था। आपको एक ऐसी सरकार मिली जिसमें रोजगार घटे, आपको एक ऐसी सरकार मिली जिसने किसानों को कुचल डाला, एक ऐसी सरकार मिली जिसने शिक्षा, सेहत के कोई संस्थान नहीं बनाए। और दिल्ली की असलियत भी अलग नहीं है। जो आम आदमी पार्टी है वो उभरी कहां से है? वो उभरी ही आरएसएस से है। आम आदमी पार्टी के नेता खुद कहते हैं कि हम भाजपा से बड़े भाजपा हैं। दिल्ली में सेहत संस्थान, शिक्षा के संस्थान के नाम में कुछ नहीं है। आपको बताया जाता है कि बढ़िया बढ़िया स्कूल बने हैं। जरा आइए दिल्ली आके देखिए क्या बना है, दिल्ली वालों से पूछिए कि कैसे जी रहे हैं। तो आज का जो माहौल है, आज जो आप परिस्थितियां देख रहे हैं, इसमें आपको जो राजनीतिक दल हैं, जो नेता हैं, इनकी असलियत पहचानने की बहुत ही महत्वपूर्ण जरूरत है। जब तक आप असलियत नहीं पहचानेंगे, तब तक आप सही निर्णय नहीं ले सकते। ये सच है कि 5 सालों से हमारी यहां सरकार थी। ये सच भी है कि उस सरकार में कुछ खामियां थी, कहीं रास्ते में भटक गए। वो सरकार पंजाब से चलनी बंद हो गई, वो सरकार दिल्ली से चलने लगी, और दिल्ली में भी
कांग्रेस पार्टी से नहीं, लेकिन भाजपा और भाजपा की सरकार द्वारा चल रही थी। वो जो छुपी हुई साठगांठ थी वो आज खुले में आ गई है। इसीलिए हमें वो सरकार बदलनी पड़ी, इसीलिए हमें एक नई राजनीति आपके सामने लानी पड़ी। हम आपकी आवाज सुन रहे थे, हम जान रहे थे कि कुछ गलत हो रहा है। उसको ठीक करने के लिए एक नई राजनीति आपके सामने आई। उस नई राजनीति में आपको एक ऐसे इंसान, एक ऐसे शख्स मिले, चरणजीत सिंह चन्नी जी, जो आप में से उभरे, जो आपकी तरह हैं। एक गरीब परिवार के मुख्यमंत्री जिन्होंने आपके लिए 100-150 दिनों में ही इतना कुछ कर डाला, क्योंकि वो आपकी समस्याओं को समझते हैं। वो जानते हैं कि पंजाब। ਤੁਸੀਂ ਦੇਖਿਆ ਕਿ ਪ੍ਰਿयंका ਗਾਂਧੀ ਜੀ ਜਿਹੜਾ ਆ ਉਹ ਸੰਬੋਧਨ ਕਰਦੇ ਆ ਤੇ ਉਹ ਤੰਜ ਕੱਸਦੇ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਕੇਜਰੀਵਾਲ ਜੀ ਨੂੰ ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਹੈਲਥ ਸਿਸਟਮ ਹੈ ਉਹ ਬਿਲਕੁਲ ਨਹੀਂ ਹੈ ਤੇ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਆ ਜਿਹੜੇ ਅਰਵਿੰਦ ਕੇਜਰੀਵਾਲ ਹੈ ਉਹ ਦੂਜੇ ਮੋਦੀ ਦੀ ਤਰ੍ਹਾਂ ਜਿਹੜਾ ਆ ਪੰਜਾਬ ਨੂੰ ਡੀਲ ਕਰਨਗੇ। ਉਹਨਾਂ ਤੋਂ ਬਚਣਾ ਚਾਹੀਦਾ ਆ ਤੇ ਇੱਕ ਵਾਰ ਜਿਹੜਾ ਫਿਰ ਤੁਸੀਂ ਕਾਂਗਰਸ ਨੂੰ ਜਿਹੜਾ ਆ ਤੁਸੀਂ ਮੌਕਾ ਦਿਓ, ਕਿਉਂਕਿ ਜਿਹੜਾ ਸਾਡੀ ਸਰਕਾਰ ਦੇ ਵਿੱਚ ਵੀ ਜਿਹੜੀਆਂ ਖਾਮੀਆਂ ਸਨ ਉਹਨਾਂ ਖਾਮੀਆਂ ਨੂੰ ਪੂਰਾ ਕਰਨ ਲਈ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਸੀਐਮ ਦਾ ਚਿਹਰਾ ਤੁਹਾਡੇ ਸਾਹਮਣੇ ਲਿਆਂਦਾ ਸੀਗਾ ਤੇ ਤੁਹਾਡੀ ਆਪ ਦੀ ਵੀ ਪਸੰਦ ਸੀ ਤੇ ਹੌਲੀ ਹੌਲੀ ਜਿਹੜੀਆਂ ਉਸ ਖਾਮੀਆਂ ਨੂੰ ਪੂਰਾ ਕੀਤਾ ਜਾਵੇਗਾ। ਤੇ ਜਿਹੜਾ ਇਸ ਵਾਰ ਉਹਨਾਂ ਨੇ ਫੇਰ ਕਿਹਾ ਕਿ ਇਸ ਵਾਰ ਜਿਹੜਾ ਆ ਤੁਸੀਂ 2022 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਦੇ ਵਿੱਚ ਕਾਂਗਰਸ ਦਾ ਜਿਹੜਾ ਬਟਨ ਦਬਾ ਕੇ ਤੁਸੀਂ ਉਹਨੂੰ ਜਿਹੜਾ ਆ ਜਿੱਤ ਉਹਦੀ ਪੱਕੀ ਕਰਨੀ ਆ ਤਾਂ ਜੋ ਜਿਹੜਾ ਆ ਵਿਕਾਸ ਜਿਹੜਾ ਆ ਰੁਕਿਆ ਨਹੀਂ ਆ ਉਹ ਇਸੇ ਤਰ੍ਹਾਂ ਜਿਹੜਾ ਆ ਉਹ ਚੱਲਦਾ ਰਹੇ। ਤੇ ਵਧਦੇ ਹਾਂ ਅਸੀਂ ਜਿਹੜੀਆਂ ਅੱਜ ਦੀਆਂ ਖਬਰਾਂ ਵੱਲ। ਅੱਜ ਦੀਆਂ ਖਬਰਾਂ ਜਿਹੜੀਆਂ ਨੇ ਉਹ ਅਖਬਾਰਾਂ ਦੀਆਂ ਸੁਰਖੀਆਂ ਕੁਝ ਇਸੇ ਤਰ੍ਹਾਂ ਕਹਿ ਰਹੀਆਂ ਨੇ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ PM ਮੋਦੀ ਨਾਲ ਮੁਲਾਕਾਤ ਕੀਤੀ ਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਿਹੜੀ ਮੁਲਾਕਾਤ ਕੀਤੀ ਤੇ ਡੇਰਾ ਮੁਖੀ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ ਮੈਨੂੰ ਅੱਜ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਮਿਲਣ ਦਾ ਜਿਹੜਾ ਮਾਣ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਧਾ ਸੁਆਮੀ ਸਤਸੰਗ ਬਿਆਸ ਦੇ ਜਿਹੜੇ ਸਮਾਜ ਸੇਵਾ ਦੇ ਖੇਤਰ ਵਿੱਚ ਜਿਹੜਾ ਆ ਉਹਨਾਂ ਨੇ ਕਈ ਉਪਰਾਲੇ ਤੇ ਸ਼ਲਾਘਾ ਵੀ ਕੀਤੀ ਹੈ। ਤੇ ਅਸੀਂ ਦੱਸੀਏ ਕਿ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਦਾ ਬਿਗਲ ਵੱਧ ਚੁੱਕਿਆ ਹੈ ਤੇ ਜਿਉਂ-ਜਿਉਂ ਤਰੀਕਾ ਨੇੜੇ ਆ ਰਹੀਆਂ ਉਸੇ ਤਰ੍ਹਾਂ ਜਿਹੜਾ ਆ ਪੰਜਾਬ ਦੇ ਉਮੀਦਵਾਰਾਂ ਦੀ ਜਿਹੜੀ ਆ ਉਹ ਧੜਕਣ ਵੱਧਦੀ ਜਾ ਰਹੀ ਹੈ, ਕਿਉਂਕਿ ਉਹ ਇਸ ਤਰ੍ਹਾਂ ਭੱਜ ਰਹੇ ਨੇ ਕਿ ਕਦੀ ਕਿਸੇ ਵੱਲ ਭੱਜਦੇ ਨੇ, ਕਦੀ ਕਿਸੇ ਵੱਲ, ਕਦੀ ਜਿਹੜਾ ਆ ਉਹ ਚੋਣ ਮੈਨੀਫੈਸਟੋ ਨੂੰ ਤਿਆਰ ਕਰਨ ਦੀ ਗੱਲ ਕਰਦੇ ਨੇ, ਚਾਹੇ ਉਹ ਪੰਜਾਬ ਮਾਡਲ ਦੀ ਗੱਲ ਕਰਨ ਜਾਂ ਫਿਰ ਉਹਨਾਂ ਨੂੰ ਇੱਕੋ ਇੱਕ ਜਿਹੜਾ ਸਹਾਰਾ ਲੱਗਦਾ ਆ ਕਿ ਉਹ ਇਸੇ ਤਰ੍ਹਾਂ ਦੇ ਜਿਹੜੇ ਧਾਰਮਿਕ ਪੱਖ ਦੇ ਨਾਲ ਜੁੜੇ ਹੋਣ, ਉਹਨਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਕਰਕੇ ਜਿਹੜੀ ਆ ਆਪਣੀ ਵੋਟ ਬੈਂਕ ਨੂੰ ਜਿਹੜਾ ਪੱਕਾ ਕਰਨ ਦੇ ਵਿੱਚ ਲੱਗੇ ਹੋਏ ਹਨ। ਉਸੇ ਤਰ੍ਹਾਂ ਜਿਹੜਾ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਆ ਉਹ ਰਾਧਾ ਸੁਆਮੀ ਦੇ ਜਿਹੜੇ ਬਾਬਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਆ ਇਸੇ ਤਰ੍ਹਾਂ ਦਾ ਜਿਹੜਾ ਆ ਉਹਨਾਂ ਨੇ ਗੱਲਬਾਤ ਕੀਤੀ ਹੋਣੀ ਹੈ ਕਿ ਜਿਹੜਾ ਆ ਪੰਜਾਬ ਦੇ ਵਿੱਚ ਜਿਹੜੀ ਆ ਵੋਟ ਸਾਨੂੰ ਵੱਧ ਤੋਂ ਵੱਧ ਜਿਹੜੀ ਆ ਪਵਾਈ ਜਾਵੇ। ਤੇ ਅਸੀਂ ਅਗਲੀ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਨਸ਼ਾ ਤੇ ਖੇਤੀ ਸੁਰੱਖਿਆ ਜਿਹੜੀ ਮੁੱਦਿਆਂ ਦੇ ਹੱਲ ਲਈ NDA ਨੂੰ ਮੌਕਾ ਦਿਓ। ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਆ ਕਿ NDA ਵੱਲੋਂ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਗੱਠਜੋੜ ਚੋਣ ਰੈਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਮੱਸਿਆ ਨੂੰ ਪ੍ਰਣਾਮ ਕਰਦਿਆਂ ਆਖਿਆ ਕਿ NDA ਸਰਕਾਰ ਵੱਲੋਂ ਸਰਹੱਦ ਦੀ ਰਾਖੀ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਖੇਤੀ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਯਤਨ ਦੀ ਤਰਜੀਹ ਹੈ। ਸ਼ਾਹ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਜਿੱਥੇ ਇਹ ਵੀ ਮਸਲਾ ਹੈ ਕਿ ਦੇਸ਼ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਤੇ ਉੱਥੇ ਪੰਜਾਬ ਲਈ ਅਹਿਮ ਤੇ ਇਹ ਵੀ ਸੁਰੱਖਿਆ ਆ ਕਿ ਮੋਦੀ ਸਰਕਾਰ ਜਿਹੜੀ ਆ ਉਸ ਨੂੰ ਸੁਰੱਖਿਆ ਨੂੰ ਮੁਹੱਈਆ ਕਰਵਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਭ ਤੋਂ ਵੱਡਾ ਜਿਹੜਾ ਆ ਇੱਕ ਮਸਲਾ ਚੱਲ ਰਿਹਾ ਆ ਉਹ ਨੌਜਵਾਨਾਂ ਦੇ ਨਸ਼ਿਆਂ ਦਾ ਚੱਲਦਾ ਆ। ਜੇਕਰ ਦੇਸ਼ ਵਿੱਚ 100 ਪਰਚੇ ਨਸ਼ਿਆਂ ਖਿਲਾਫ ਹੁੰਦੇ ਹਨ ਤਾਂ ਉਹਨਾਂ ਤੋਂ 49 ਪਰਚੇ ਜਿਹੜੇ ਨੇ ਪੰਜਾਬ ਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਾ ਕਾਂਗਰਸ, ਨਾ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਜਿਹੜੀ ਪਾਰਟੀ ਆ ਉਹ ਨਸ਼ਾ ਮੁਕਤ ਕਰਵਾ ਸਕਦੀ ਹੈ। ਇਹ ਕੰਮ ਸਿਰਫ ਮੋਦੀ ਸਰਕਾਰ ਹੀ ਕਰਵਾ ਸਕਦੀ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੂੰ ਇੱਕ ਮੌਕਾ ਜ਼ਰੂਰ ਦਿਓ, ਅਸੀਂ 5 ਸਾਲਾਂ 'ਚ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਕਰਾਂਗੇ। ਇਸ ਤੋਂ ਇਲਾਵਾ ਸ਼ਾਹ ਨੇ ਕਿਹਾ ਕਿ NDA ਦੀ ਨਜ਼ਰ 'ਚ ਕਿਸਾਨਾਂ ਤੇ ਕਿਸਾਨੀ ਨੂੰ ਬਚਾਉਣ ਦਾ ਮੁੱਦਾ ਵੀ ਹੋਵੇਗਾ।
ਉਹਨਾਂ ਕਿਹਾ ਕਿ ਇੱਕ ਸਮਾਂ ਸੀ ਕਿ ਜਦੋਂ ਦੇਸ਼ ਨੂੰ ਅੰਨ ਦੀ ਕਮੀ ਆਈ ਸੀ ਤਾਂ ਉਸ ਵਕਤ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ਼ ਦਾ ਜਿਹੜਾ ਢਿੱਡ ਭਰਿਆ ਸੀ, ਪਰ ਅੱਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਜਿਹੜੀ ਆ ਜਰਖੇਜ਼ ਧਰਤੀ ਬੰਜਰ ਹੋ ਗਈ ਹੈ, ਜਿਸ ਦਾ ਮੁੱਖ ਕਾਰਨ ਪੰਜਾਬ 'ਚ ਖੇਤੀ ਲਈ ਕੀਤੀ ਜਾ ਰਹੀ ਰਸਾਇਣਾਂ ਦੇ ਅੰਨੇ ਵਾਹ ਵਰਤੋਂ ਤੇ ਝੋਨੇ ਦੀ ਫਸਲ ਲਈ ਵਰਤਿਆ ਜਾਂਦਾ ਬੇਤਹਾਸ਼ਾ ਧਰਤੀ ਦਾ ਹੇਠਲਾ ਪਾਣੀ। ਸ਼ਾਹ ਨੇ ਕਿਹਾ ਕਿ ਐਨਡੀਏ ਸਰਕਾਰ ਬਿਨਾਂ ਕਿਸਾਨਾਂ ਦੀ ਆਮਦਨ ਘਟਾਇਆ ਜੈਵਿਕ ਖੇਤੀ ਨੂੰ ਪ੍ਰਫੁੱਲਿਤ ਵੀ ਕਰੇਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹਰ ਪੱਖ ਤੋਂ ਦੇਸ਼ ਵਿੱਚ ਇੱਕ ਹੋਣ ਦੀ ਉਦਾਹਰਨ ਦਿੰਦਾ ਹੈ। ਤੇ ਦੂਸਰੀ ਗੱਲ ਕਰੀਏ ਜਿਹੜੀ ਅਗਲੀ ਜਿਹੜੀ ਆ ਸਾਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਜਿਹੜੀ ਆ ਮਨੀਸ਼ਾ ਗੁਲਾਟੀ ਉਹ ਭਲਕੇ ਭਾਜਪਾ ਵਿੱਚ ਜਿਹੜੀ ਆ ਸ਼ਾਮਲ ਹੋਵੇਗੀ। ਤੇ ਤੀਸਰੀ ਜਿਹੜੀ ਖਬਰ ਸਾਡੀ ਸਾਹਮਣੇ ਆ ਰਹੀ ਹੈ ਕਿ ਮੁਹਾਲੀ ਦੇ ਵਿੱਚ ਜਿਹੜਾ ਚੜੂਨੀ ਦੇ ਦਫ਼ਤਰ 'ਚ ਭੰਨ ਤੋੜ ਕੀਤੀ ਗਈ ਹੈ, ਨੌਜਵਾਨਾਂ ਵੱਲੋਂ ਜਿਹੜਾ ਆ ਕੁੱਟਮਾਰ ਕੀਤੀ ਗਈ ਹੈ ਤੇ ਉਹਨਾਂ ਨੂੰ ਜਿਹੜਾ ਆ ਜ਼ਖਮੀ ਕੀਤਾ ਗਿਆ। ਅਣਪਛਾਤੇ ਬਦਮਾਸ਼ਾਂ ਨੇ ਪਹਿਲਾਂ ਪਿੱਛੋਂ ਦੀ ਕੰਧ ਤੋੜੀ, ਫਿਰ ਕੰਧ ਜਿਹੜੀ ਆ ਤੋੜ ਕੇ ਅੰਦਰ ਵੜੇ ਤੇ ਉਹਨਾਂ ਦੇ ਹੱਥਾਂ ਵਿੱਚ ਪਿਸਤੌਲ ਸੀ। ਉਹਨਾਂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਨੂੰ ਰਾਜਨੀਤੀ ਕਰਨੀ ਜਿਹੜੀ ਆ ਅਸੀਂ ਸਿਖਾਉਂਦੇ ਆ, ਗੁਰਨਾਮ ਨੂੰ ਜਿਹੜਾ ਆ ਕਾਲ ਕਰੋ। ਹਾਲਾਂਕਿ ਚੜੂਨੀ ਅਤੇ ਉਸਦੇ ਜਿਹੜੇ ਨੇ ਪੁੱਤਰ ਉਸ ਸਮੇਂ ਉੱਥੇ ਨਹੀਂ ਸੀ ਤੇ ਮੌਕੇ ਤੇ ਜਿਹੜੇ ਜ਼ਖਮੀ ਹੋਏ ਨੌਜਵਾਨ ਉਹਨਾਂ ਨੂੰ ਹਸਪਤਾਲ ਵਿੱਚ ਜਿਹੜਾ ਆ ਉਹ ਦਾਖਲ ਕਰਵਾਇਆ ਗਿਆ। ਅਮਿਤ ਸ਼ਾਹ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਆ 50 ਮਿੰਟ ਕਰੀਬ ਜਿਹੜੀ ਆ ਬੰਦ ਕਮਰਾ ਜਿਹੜੀ ਆ ਮੁਲਾਕਾਤ ਕੀਤੀ ਹੈ। ਮੀਟਿੰਗ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਤਰੁਣ ਚੁੱਗ, ਮਨਜਿੰਦਰ ਸਿਰਸਾ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਜਿਹੜੇ ਨੇ ਉੱਥੇ ਮੌਜੂਦ ਸਨ। ਇਸਰੋ ਨੇ ਸਫਲਤਾਪੂਰਵਕ ਜਿਹੜਾ ਲਾਂਚ ਕੀਤਾ ਸਾਲ ਦਾ ਪਹਿਲਾ ਰਾਡਾਰ ਇਮੇਜਿੰਗ ਸੈਟੇਲਾਈਟ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਵੱਲੋਂ ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਜਿਹੜੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਆਪਣਾ ਇਸ ਸਾਲ ਦਾ ਉਪਗ੍ਰਹਿ ਲਾਂਚ ਕੀਤਾ ਹੈ। ਇਸਰੋ ਨੇ ਅੱਜ ਸਵੇਰੇ 5:59 ਤੇ ਜਿਹੜਾ ਆ ਇਹ ਲਾਂਚ ਪੈਡ ਤੋਂ ਇਸ ਉਪਗ੍ਰਹਿ ਨੂੰ ਜਿਹੜਾ ਆ PSLV ਦੇ 2 ਜਿਹੜੇ ਛੋਟੇ ਸਹਿ ਯਾਤਰੀ ਉਪਗ੍ਰਹਿ ਨਾਲ ਜਿਹੜਾ ਆ ਉਸ ਨੂੰ ਲਾਂਚ ਕੀਤਾ ਆ। PSLV ਦੇ ਜ਼ਰੀਏ ਇਸਰੋ ਨੇ ਧਰਤੀ ਦੇ ਨਿਰਮਾਣ ਤੇ ਜਿਹੜਾ ਆ ਉਹਦੇ ਨਿਰੀਖਣ ਤੇ ਉਪਗ੍ਰਹਿ ਦੇ ਜਿਹੜਾ ਆ ਪੁਲਾੜ ਵਿੱਚ ਉਸ ਨੂੰ ਭੇਜਿਆ ਗਿਆ ਆ। ਇਸ ਲਈ ਸੈਟੇਲਾਈਟ ਦਾ ਨਾਂ ਜਿਹੜਾ ਆ ਰਾਡਾਰ ਇਮੇਜਿੰਗ ਸੈਟੇਲਾਈਟ ਰੱਖਿਆ ਗਿਆ ਤੇ ਇਸ ਨੂੰ ਇਸਰੋ ਦੀ ਧਰਤੀ ਦੀ ਸਤ੍ਹਾ ਤੇ ਸਹੀ ਤਸਵੀਰਾਂ ਜਿਹੜਾ ਭੇਜਣ ਲਈ ਜਿਹੜਾ ਆ ਛੱਡਿਆ ਗਿਆ ਹੈ। ਤੇ ਵੱਡਾ ਬਿਆਨ ਜਿਹੜਾ ਆ ਉਹ ਓਵੈਸੀ ਦਾ ਆ ਰਿਹਾ ਆ ਕਿ ਮੈਂ ਰਹਾਂ ਜਾਂ ਨਾ ਰਹਾਂ ਇੱਕ ਹਿਸਾਬ ਵਾਲੀ ਕੁੜੀ ਜਿਹੜੀ ਆ ਦੇਸ਼ ਦੀ ਪ੍ਰਧਾਨ ਮੰਤਰੀ ਜ਼ਰੂਰ ਬਣੇਗੀ। ਇਹ ਸਨ ਅੱਜ ਦੀਆਂ ਜਿਹੜੀਆਂ ਪ੍ਰਮੁੱਖ ਖਬਰਾਂ ਤੇ ਸੁਰਖੀਆਂ। ਤੇ ਆਓ ਤੇ ਹੁਣ ਜਿਹੜਾ ਸਾਡੇ ਜਿਹੜਾ ਇਸ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੋ ਚੁੱਕਾ ਹੈ ਤੇ ਮੈਨੂੰ ਦਿਓ ਇਜਾਜ਼ਤ। ਨਵਾਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗਾ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।